ਹਾਂਜੀ ਸਰੋਤਿਓ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਭਾਗ ਨੰਬਰ 7 ਦੇ ਵਿੱਚ, ਜੋ ਕਿ ਆਪਾਂ ਜਨਮ ਸਾਖੀਆਂ ਦੀ ਪੜਚੋਲ ਦੇ ਰੂਪ ਦੇ ਵਿੱਚ ਕਰ ਰਹੇ ਹਾਂ। ਔਰ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮਹਿਮਾਨ ਦੇ ਰੂਪ ਦੇ ਵਿੱਚ ਗੁਰਬਾਣੀ ਦੇ ਵਿਆਖਿਆਕਾਰ, ਇਤਿਹਾਸ ਦੀ ਪੜਚੋਲ ਰੱਖਣ ਵਾਲੇ ਸਤਿਕਾਰਯੋਗ ਬਾਪੂ ਇੰਦਰ ਸਿੰਘ ਜੀ ਘੱਗਾ, ਜਿਹੜੇ ਕਿ ਅੱਛੇ ਸਕਾਲਰ ਵੀ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਰਚਨਾਵਾਂ ਇਸ ਪੰਥ ਦੀ ਝੋਲੀ ਪਾ ਕੇ ਇਸ ਸਿੱਧੇ ਰਾਹ ਤੇ ਸਾਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਪੁਜਾਰੀਆਂ ਦੇ ਹੱਥੋਂ ਜੋ ਅਸੀਂ ਲੁੱਟੇ ਜਾ ਰਹੇ ਹਾਂ ਜਾਂ ਕੁਝ ਵੀ ਪਰੋਸ ਕੇ ਸਾਨੂੰ ਦਿੱਤਾ ਜਾ ਰਿਹਾ, ਉਹਦੇ ਤੋਂ ਸਾਡਾ ਜਿਹੜਾ ਖਹਿੜਾ ਛੁੱਟ ਸਕੇ। ਔਰ ਉਹਨਾਂ ਰਚਨਾਵਾਂ ਦੇ ਵਿੱਚੋਂ ਜਿੱਥੇ ਮੈਂ ਸੋਚਦਾ ਹੁੰਨਾ, ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡਾ ਬੇੜਾ ਇਉਂ ਗਰਕਿਆ, ਕਾਰਨ ਕੀ ਹੁੰਦੇ ਹੈ ਜਦੋਂ ਅਸੀਂ ਆਪਣਾ ਬੇੜਾ ਖੁਦ ਡੋਬਣ ਦੇ ਵੱਲੀ ਆਪ ਤੁਲੇ ਹੁੰਨੇ ਆ, ਔਰ ਆਪ ਹੀ ਸਾਡੇ ਜਿਹੜੇ ਅੰਨੇ ਆਗੂ ਨੇ ਜਿਨ੍ਹਾਂ ਨੇ ਸਾਨੂੰ ਰਾਹ ਪਾਉਣਾ ਸੀ, ਉਹ ਕੁਝ ਗ੍ਰੰਥਾਂ ਨੂੰ ਸਾਡੇ ਸਿਰ ਮੜ ਕੇ ਵਾਰ-ਵਾਰ ਇਸ ਗੱਲਾਂ ਨੂੰ ਦੁਹਰਾਉਂਦੇ ਆ ਕਿ ਸਾਰਾ ਕੁਝ ਬਹੁਤ ਵੱਡਾ ਪੰਥ ਦਾ ਹਿੱਸਾ ਹੈਗਾ ਤੇ ਇਸ ਤੋਂ ਬਚਿਆ ਨਹੀਂ ਜਾ ਸਕਦਾ। ਜਿੱਥੇ ਜਿੱਥੇ ਗੱਲ ਕੀਤੀ ਜਾਂਦੀ ਹੈ ਕਿ ਇਤਿਹਾਸਿਕ ਸਰੋਤਾਂ ਦੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਬਹੁਤ ਕੁਝ ਅਜਿਹਾ ਜੋੜ ਦਿੱਤਾ ਜਾਂਦਾ ਹੈ ਜਿਹੜਾ ਕਿ ਸਹਿਣਯੋਗ ਨਹੀਂ ਹੈ, ਜਿਹਨੂੰ ਸੁਣਨਾ ਵੀ ਏਦਾਂ ਲੱਗਦਾ ਹੈ ਕਿ ਆਪਣੇ ਜੀਵਨ ਨੂੰ ਹੋਰ ਰਸਾਤਲ ਵੱਲ ਨੂੰ, ਨਰਕ ਵੱਲ ਨੂੰ ਧਕੇਲਣਾ ਹੈਗਾ। ਮਤਲਬ ਇਸ ਤੋਂ ਵੱਡਾ ਨਰਕ ਕਿਹੜਾ ਹੋ ਸਕਦਾ ਜਦੋਂ ਅਸੀਂ ਇਹੋ ਜਿਹੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨਾਂ ਦੇ ਨਾਲ ਮੜ ਰਹੇ ਹੋਵਾਂਗੇ। ਆਓ ਪ੍ਰੋਗਰਾਮ ਦਾ ਜਿਹੜਾ ਹੈ ਆਗਾਜ਼ ਕਰਦੇ ਹਾਂ। ਪਹਿਲਾਂ ਬਾਪੂ ਜੀ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਬਾਪੂ ਜੀ ਪ੍ਰੋਗਰਾਮ ਦੇ ਵਿੱਚ। ਅੱਜ ਦਾ ਜਿਹੜਾ ਭਾਗ ਨੰਬਰ 7 ਆਪਾਂ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਦੀ ਜਨਮ ਸਾਖੀਆਂ ਦੀ, ਉਹਦੇ ਬਾਰੇ ਆਪਾਂ ਗੱਲਬਾਤ ਕਰਨ ਦੇ ਲਈ ਤਿਆਰੀ ਖਿੱਚੀ ਹੈ। ਤੇ ਗੁਰੂ ਨਾਨਕ ਸਾਹਿਬ ਜਿੱਥੇ ਬਹੁਤ ਸਾਰਿਆਂ, ਜਿੱਥੇ ਆਪਾਂ ਗੱਲ ਕੀਤੀ ਜਾਦੂਗਰਨੀਆਂ ਦੀ, ਕਿ ਉਹਨਾਂ ਨਾਲ ਉਹਨਾਂ ਦਾ ਵਾਸਤਾ ਪਿਆ, ਹੋਰਾਂ ਬਹੁਤ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ, ਉਹਨਾਂ ਦਾ ਨਿਸਤਾਰਾ ਕਰਨ ਤੋਂ ਬਾਅਦ ਚਮਤਕਾਰੀ ਕਹਾਣੀਆਂ ਅਸੀਂ ਸੁਣੀਆਂ ਕਿ ਗੁਰੂ ਪਾਤਸ਼ਾਹ ਨੇ ਏਦਾਂ ਕਰ ਦਿੱਤਾ, ਓਦਾਂ ਕਰ ਦਿੱਤਾ। ਮਤਲਬ ਬਹੁਤ ਕੁਛ ਉਹਨਾਂ ਦੇ ਮੂੰਹ ਪਾਇਆ ਜਾਂਦਾ, ਉਹਨਾਂ ਦੇ ਨਾਲ ਜੋੜਿਆ ਜਾਂਦਾ। ਅੱਜ ਨੇ ਇਹਨਾਂ ਜਿਹੜੇ ਕੁਝ ਸਵਾਲਾਂ ਦੇ ਵਿੱਚੋਂ ਜਿਹੜੇ ਕਿ ਸਾਹਮਣੇ ਆਉਂਦੇ ਆ, ਉਹਨਾਂ ਦੇ ਵਿੱਚੋਂ ਪਹਿਲਾ ਸਵਾਲ ਹੈ ਜੀ ਕਿ ਗੁਰੂ ਪਾਤਸ਼ਾਹ ਜਦੋਂ ਅੱਗੇ ਵੱਧਦੇ ਆ ਪਿੰਡਾਂ ਦੇ ਵਿੱਚ ਦੀ ਹੁੰਦੇ ਹੁੰਦੇ, ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਰੋਟੀ ਨਹੀਂ ਮਿਲਦੀ। ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਖਾਣ ਨੂੰ ਨਹੀਂ ਦਿੰਦੇ, ਤਾਂ ਅਖੀਰ ਪਿੰਡ ਤੋਂ ਬਾਹਰ ਉਹਨਾਂ ਨੂੰ ਇੱਕ ਪਾਸੇ ਨਿਕਲ ਜਾਂਦੇ ਆ, ਇੱਕ ਕੋੜੀ ਦੇ ਕੋਲ ਪਹੁੰਚਦੇ ਆ ਤੇ ਕੋੜੀ ਉਹਨਾਂ ਨੂੰ ਜਿਹੜੀ ਆ ਰੋਟੀ ਨਾਲ ਸੇਵਾ ਕਰਦਾ ਹੈ, ਤੇ ਬਾਬਾ ਨਾਨਕ ਜੀ ਕੋੜੀ ਦਾ ਨਿਸਤਾਰਾ ਵੀ ਕਰਦੇ ਆ। ਤੇ ਨਾਲ ਤਰ੍ਹਾਂ ਤਰ੍ਹਾਂ ਦੇ ਸ਼ਬਦ ਜਿਹੜੇ ਆ, ਉਹ ਇੱਥੇ ਵੀ ਸ਼ਬਦ ਜਿਹੜਾ ਵਿਸ਼ੇਸ਼ ਤੌਰ ਤੇ ਪਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਰਲਾਏ ਦੀ ਗੱਲਬਾਤ ਇੱਥੇ ਨਾਲ ਜੋੜ ਕੇ ਸਾਨੂੰ ਦੱਸਿਆ ਜਾਂਦਾ। ਬਾਪੂ ਜੀ, ਇਸ ਕਹਾਣੀ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਸਾਡਾ ਇੰਨਾ ਸਾਰਾ 21ਵੀਂ ਸਦੀ ਦੇ ਵਿੱਚ ਜਾ ਕੇ ਮਾਨਸਿਕ ਵਿਕਾਸ ਸਿੱਖਾਂ ਦਾ ਹੋ ਜਾਣਾ ਚਾਹੀਦਾ ਸੀ, ਜਿਹੜਾ ਕਿ ਅੱਜ ਵੀ ਨਹੀਂ ਹੋ ਰਿਹਾ। ਅਸੀਂ ਉਹੀ 400 ਸਾਲ ਜਾਂ 300 ਸਾਲ ਪੁਰਾਣੀਆਂ ਸਾਖੀਆਂ ਜਿਹੜੀਆਂ ਨਾ ਸਮਝ ਲੋਕਾਂ ਨੇ ਲਿਖੀਆਂ ਨੇ, ਉਦੋਂ ਉਹਨਾਂ ਦਾ ਗਿਆਨ ਦਾ ਪੱਧਰ ਇੰਨਾ ਕੀ ਸੀ, ਕਿਉਂਕਿ ਅੱਜ ਵੀ ਲੋਕ ਮੜੀਆਂ ਤੇ ਕਬਰਾਂ ਤੇ ਥਾਂ ਥਾਂ ਤੇ ਮੱਥੇ ਟੇਕ ਰਹੇ ਨੇ, ਤੇ ਉਦੋਂ ਤਾਂ ਹਾਲਤ ਬਹੁਤ ਜ਼ਿਆਦਾ ਬੁਰੀ ਹੀ ਸੀ ਜੀ। ਤੇ ਇਸੇ ਕਰਕੇ ਉਹ ਕਹਾਣੀਆਂ ਗੁਰੂ ਸਾਹਿਬ ਨਾਲ ਅੱਜ ਵੀ ਜੋੜੀਆਂ ਜਾ ਰਹੀਆਂ ਨੇ, ਜਿਹੜੀਆਂ ਉਦੋਂ ਦੀ ਅਕਲ ਦੇ ਮੁਤਾਬਕ ਲੋਕਾਂ ਨੇ ਲਿਖ ਦਿੱਤੀਆਂ ਜਾਂ ਆਮ ਬੰਦੇ ਨੂੰ ਸੁਣਾ ਦਿੱਤੀਆਂ। ਅੱਜ ਸਾਡੀ ਕੋਈ ਮਜਬੂਰੀ ਨਹੀਂ ਹੈ, ਜੇ ਅਸੀਂ ਮਾਨਸਿਕ ਵਿਕਾਸ ਆਪਣਾ ਹੋਇਆ ਸਮਝਦੇ ਹਾਂ ਤਾਂ ਇਹਨਾਂ ਕਹਾਣੀਆਂ ਨੂੰ ਛੱਡ ਦੇਣਾ ਚਾਹੀਦਾ, ਨਹੀਂ ਤਾਂ ਸਾਡੀ ਥਾਂ ਥਾਂ ਤੇ ਸ਼ਰਮਨਾਕ ਬੇਇੱਜ਼ਤੀ ਹੋਣੀ ਹੈ। ਅਸੀਂ ਹੀਣੇ ਮਹਿਸੂਸ ਕਰਨਾ ਹੈ ਕਿ ਸਾਡਾ ਕੀ ਹੋ ਗਿਆ, ਤੇ ਜਦੋਂ ਕੋਈ ਦੂਜਾ ਸਾਨੂੰ ਸਵਾਲ ਕਰੇਗਾ ਕਿ ਤੁਹਾਡਾ ਗੁਰੂ ਤਾਂ ਇਹੋ ਜਿਹਾ ਸੀ, ਥਾਂ ਥਾਂ ਤੇ ਧੱਕੇ ਖਾਂਦਾ ਫਿਰਦਾ ਸੀ। ਬਿਲਕੁਲ ਜੀ। ਤੇ ਇੱਥੇ ਇਹਨੇ ਸਾਖੀਕਾਰ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੁਆਰਾ ਜਦੋਂ ਆਪਣੇ ਘਰ ਚੋਂ ਧਰਮ ਪ੍ਰਚਾਰ ਵਾਸਤੇ ਨਿਕਲੇ ਨੇ, ਤਾਂ ਉਹ 2 ਦਿਨ ਦਿਪਾਲਪੁਰ ਵਿੱਚ ਰਹੇ, 2 ਦਿਨ ਕੰਗਣਪੁਰ ਵਿੱਚ ਰਹੇ, 2 ਦਿਨ ਕਸੂਰ ਵਿੱਚ ਰਹੇ, 2 ਦਿਨ ਪੱਟੀ ਵਿੱਚ ਰਹੇ, 2 ਦਿਨ ਗੋਇੰਦਵਾਲ ਵਿੱਚ ਰਹੇ। ਪਰ ਗੁਰੂ ਨਾਨਕ ਨੂੰ ਹਰ ਥਾਂ ਤੇ ਧੱਕੇ ਪੈਣ, ਕੋਈ ਨਾ ਰਹਿਣ ਦੇਵੇ ਤੇ ਨਾ ਹੀ ਉਹਨਾਂ ਨੂੰ ਕੋਈ ਖਾਣ ਦੇਵੇ। ਪਹਿਲੀ ਗੱਲ ਤਾਂ 2-2 ਦਿਨ ਕਰਕੇ ਕਿੰਨੇ ਦਿਨ ਹੋ ਗਏ, ਇੰਨੇ ਦਿਨ ਤਾਂ ਜਿਉਣਾ ਵੀ ਔਖਾ ਹੈ ਜੀ।
ਤੇ ਗੁਰੂ ਨਾਨਕ ਸਾਹਿਬ ਇੰਨੇ ਸਿਆਣੇ ਨੇ, ਇੰਨੇ ਸਮਝਦਾਰ ਨੇ, ਦੂਜੇ ਦਾ ਗੱਲਬਾਤ ਦੇ ਦੌਰਾਨ ਮਨ ਮੋਹ ਲੈਂਦੇ ਨੇ। ਤੇ ਕਿੰਨੀਆਂ ਕਹਾਣੀਆਂ ਤਾਂ ਇਹੋ ਜਿਹੀਆਂ ਪਾਰਖੀਆਂ ਨੇ ਕਿ ਉਹਨਾਂ ਦਾ ਚਿਹਰਾ ਦੇਖ ਕੇ ਸੰਗਤਾਂ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਦੌੜ ਗਈ ਕਿ ਇਹਨਾਂ ਦੇ ਚਿਹਰੇ ਤੋਂ ਤਾਂ ਨੂਰ ਵਰਸਦਾ ਹੈ। ਇੱਕ ਪਾਸੇ ਤਾਂ ਮਿੰਟਾਂ 'ਚ ਚਿਹਰੇ ਤੋਂ ਨੂਰ ਵਰਸਦਾ ਦਿਖਾ ਦਿੰਦੇ ਨੇ, ਤੇ ਇੱਕ ਪਾਸੇ ਮਿੰਟ 'ਚ ਉਹਨਾਂ ਨੂੰ ਧੱਕੇ ਪੈਂਦੇ ਦਿਖਾ ਦਿੰਦੇ ਨੇ ਕਿ ਰੋਟੀ ਵੀ ਖਵਾਉਣ ਨੂੰ ਤਿਆਰ ਨਹੀਂ ਹੈ ਜੀ। ਤੇ ਅੰਤ ਨੂੰ ਗੁਰੂ ਸਾਹਿਬ ਫਿਰ ਸਾਰੇ ਪਾਸਿਆਂ ਤੋਂ ਮਾਯੂਸ ਹੋ ਕੇ ਵੀ ਕਿਤੇ ਟਿਕਾਣਾ ਮਿਲੇਗਾ ਵੀ, ਕਹਿੰਦੇ ਪਿੰਡਾਂ 'ਚੋਂ ਤਾਂ ਗੁਰੂ ਨਾਨਕ ਨੂੰ ਕੱਢ ਦਿੱਤਾ। ਪਿੰਡ ਤੋਂ ਬਾਹਰ ਜਿਹੜਾ ਇੱਕ ਕੋਹੜੀ ਸੀ ਵਿਚਾਰਾ, ਉਹਨੂੰ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ। ਪਿੰਡ ਦੇ ਲੋਕਾਂ ਨੂੰ ਖਤਰਾ ਸੀ ਕਿ ਸਾਨੂੰ ਵੀ ਇਹਦੀ ਬਿਮਾਰੀ ਲੱਗ ਜਾਊਗੀ, ਉਹਨੂੰ ਪਿੰਡ 'ਚੋਂ ਕੱਢ ਦਿੱਤਾ ਸੀ ਕੋਹੜੀ ਨੂੰ। ਉਹਨੇ ਬਾਹਰ ਵਿਚਾਰੇ ਨੇ ਛੋਟੀ ਜਿਹੀ ਕੱਖਾਂ ਕੰਨਾਂ ਦੀ ਝੁੱਗੀ ਬਣਾਈ ਹੋਈ ਸੀ, ਤੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਹੌਲੀ ਹੌਲੀ ਉਹ ਝੁੱਗੀ ਆਲੇ ਕੋਲੇ ਪਹੁੰਚ ਗਏ। ਤੇ ਉੱਥੇ ਉਹਨੇ ਧੰਨ ਭਾਗ ਆਖਿਆ ਕਿ ਮੇਰੇ ਧੰਨ ਭਾਗ ਨੇ, ਤੁਸੀਂ ਮੇਰੇ ਕੋਲੇ ਆ ਗਏ, ਮੇਰੇ ਕੋਲ ਤਾਂ ਕੋਈ ਵੀ ਨਹੀਂ ਆਉਂਦਾ। ਤੇ ਉਸ ਦੇ ਕੋਲੇ ਪਹਿਲੀ ਗੱਲ ਤਾਂ ਹੋਣੀ ਕੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਉਹਨੇ ਖਵਾ ਦਿੱਤਾ, ਸੇਵਾ ਕਰ ਦਿੱਤੀ। ਉਹ ਤਾਂ ਆਪ ਭੁੱਖਾ ਮਰਦਾ ਫਿਰਦਾ ਸੀ, ਬਿਮਾਰ ਸੀ, ਪਰ ਕਹਾਣੀ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਦੀ ਉਹਨੇ ਸੇਵਾ ਕੀਤੀ। ਰਾਤ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਉਹਦੇ ਕੋਲ ਠਹਿਰੇ ਤੇ ਉੱਥੇ ਸ਼ਬਦ ਉਚਾਰਨ ਕੀਤਾ, ਜੀਓ ਤਪਤ ਹੈ ਬਾਰੋਂ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਆਏ। ਗੱਲ ਹੋਰ ਕਿਸੇ ਪਾਸੇ ਜਾਂਦੀ ਹੈ, ਇਹਨੂੰ ਰੋਗੀ ਨਾਲ ਕੋਹੜੀ ਨਾਲ ਜੋੜ ਦਿੱਤੀ ਹੈ, ਤੇ ਰੋਗੀ ਦਾ ਫਿਰ ਕੋਹੜ ਦੂਰ ਕਰ ਦਿੱਤਾ। ਤੇ ਗੁਰੂ ਨਾਨਕ ਸਾਹਿਬ ਦੇ ਉੱਤੇ ਉਹ ਬਹੁਤ ਖੁਸ਼ ਹੋਇਆ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਅੱਗੇ ਨੂੰ ਚਾਲੇ ਪਾ ਦਿੱਤੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕਹਾਣੀਆਂ ਨੇ ਪਾਈਆਂ ਹੋਈਆਂ। ਹਾਂਜੀ ਬਾਪੂ ਜੀ, ਜਿਹੜਾ ਜਿਵੇਂ ਸ਼ਬਦ ਜੋੜਿਆ ਹੋਇਆ, ਮੈਂ ਕਈ ਵਾਰੀ ਇਹਦੀ ਗੱਲਬਾਤ ਕਰਦਾ ਹੁੰਨਾ ਵੀ ਇਹ ਅਜਿਹੀਆਂ ਉਥਾਨਿਕਾਵਾਂ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਤਾਂ ਵੱਜਦਾ ਹੀ ਨਹੀਂ ਹੈ। ਹਾਂਜੀ, ਜਿਨ੍ਹਾਂ ਤੋਂ ਕੁਝ ਸਾਨੂੰ ਮਿਲਦਾ ਨਹੀਂ ਹੈ। ਜਦੋਂ ਬੰਦਾ ਸ਼ਬਦ ਵੀ ਪੜ੍ਹਦਾ ਤਾਂ ਉਹ ਉਲਝ ਜਾਂਦਾ, ਕਿਉਂਕਿ ਵੱਡੇ ਵੱਡੇ ਸਕਾਲਰਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਕਿਤੇ, ਤਾਂ ਹੁਣ ਘਟਨਾਵਾਂ ਜਿਹੜੀਆਂ ਹਲੇ, ਜਿਵੇਂ ਆਪਾਂ ਹੁਣ ਇਹ ਦੀਪਾਲਪੁਰ ਦੀ ਗੱਲ ਕੀਤੀ ਆ ਕਿ ਦੀਪਾਲਪੁਰ ਦਾ ਕੋਹੜੀ ਸੀ ਤੇ ਉਹਨੇ ਗੁਰੂ ਪਾਤਸ਼ਾਹ ਦੀ ਜਿਹੜੀ ਹੈ ਸੇਵਾ ਕੀਤੀ ਤੇ ਉਹਨਾਂ ਨੂੰ ਰੋਟੀ ਦਿੱਤੀ ਜਾਂ ਰਿਜ਼ਕ ਦੇ ਕੇ ਇਹ ਦਿਖਾਇਆ ਗਿਆ ਕਿ ਉਹਨੇ ਸੇਵਾ ਕਰ ਦਿੱਤੀ। ਪਰ ਦੂਸਰੀ ਗੱਲ ਇੱਥੇ ਇਹ ਵੀ ਨਾਲ ਗੱਲ ਕੀਤੀ ਜਾਂਦੀ ਕਿ ਉਹਦਾ ਨਿਸਤਾਰਾ ਕੀਤਾ ਗਿਆ। ਨਿਸਤਾਰੇ ਤੋਂ ਭਾਵ ਉਹਦਾ ਕੋਹੜ ਠੀਕ ਕਰ ਦਿੱਤਾ। ਗੁਰੂ ਨਾਨਕ ਨੇ ਕਿ ਉਹਨੂੰ ਸੀਨੇ ਲਾ ਲਿਆ ਸੀ ਤੇ ਬਾਬੇ ਨੇ ਉਹਦਾ ਕੋਹੜ ਹੀ ਸੈੱਟ ਕਰ ਦਿੱਤਾ। ਵੇਖੋ ਫਿਰ ਕਿੱਡਾ ਵੱਡਾ ਉਹਨੂੰ ਚਮਤਕਾਰੀ ਦਿਖਾ ਕੇ ਗੁਰੂ ਪਾਤਸ਼ਾਹ ਦਾ ਜਿਹੜਾ ਉਹ ਅਕਸ਼ ਸੀਗਾ ਉਹ ਵਿਗਾੜ ਦਿੱਤਾ ਗਿਆ। ਵੈਸੇ ਜਿਹੜੇ ਕੋਹੜੀ ਨੇ ਜਾਂ ਕਿਸੇ ਨੂੰ ਵੈਸੇ ਵੀ ਉਂਝ ਜੇ ਸਾਇੰਟੀਫਿਕਲੀ ਵੀ ਕਹੀਏ ਨਾ, ਤੇ ਅੱਜ ਸਰੀਰ ਦੇ ਬਹੁਤ ਸਾਰੇ ਰੋਗ ਹੁੰਦੇ ਆ। ਡਾਕਟਰ ਵੀ ਜਿਹੜੇ ਸਾਨੂੰ ਮੰਨ ਲਓ ਕਿਤੇ ਕਿਸੇ ਦੀ ਕੋਈ ਖਾਰਿਸ਼ ਵੀ ਹੋ ਜਾਏ ਤਾਂ ਉਹ ਕਹਿੰਦੇ ਆ ਭਾਈ ਵੀ ਕਿਸੇ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰੋ। ਜਿਵੇਂ ਅੱਜ ਕੱਲ ਕਰੋਨਾ ਵਾਇਰਸ ਦੀ ਜਿਹੜੀ ਹੈ ਲਾਗ ਲੱਗੀ ਹੋਈ ਹੈ। ਬਿਲਕੁਲ ਬਿਲਕੁਲ। ਇਹਦੇ ਵਿੱਚ ਵੀ ਲੋਕਾਂ ਨੂੰ ਕਿਹਾ ਜਾਂਦਾ ਵੀ ਆਪਸੀ ਟੱਚ ਤੋਂ ਜਿਹੜਾ ਸੋਸ਼ਲ ਡਿਸਟੈਂਸਿੰਗ ਹੈ ਉਹਦੇ ਅਧੀਨ ਰਹੋ, ਤੁਸੀਂ ਥੋੜਾ ਜਿਹਾ ਬਣਾ ਕੇ ਰੱਖੋ, ਦੂਰੀ ਬਣਾ ਕੇ ਰੱਖੋ। ਇੱਕ ਬੰਦਾ ਖੁਦ ਕੋਹੜੀ ਹੈ, ਸਮਾਜ ਉਹਨੂੰ ਮਤਲਬ ਜ਼ਰੂਰੀ ਨਹੀਂ ਕਿ ਸਮਾਜ ਵੱਲੋਂ ਤਾਂ ਨਕਾਰਿਆ ਹੀ ਜਾਏਗਾ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਲਾਜ ਨਹੀਂ ਵੀ ਹੁੰਦੇ ਸਨ। ਜੇਕਰ ਇਹਦਾ ਕੁਝ ਸਿਰ ਪੈਰ ਬੰਨੀਏ ਵੀ ਤੇ ਬਾਬਾ ਨਾਨਕ ਜੀ ਨੂੰ ਇੰਨੀ ਵੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੂੰ ਗਲ ਲਾ ਲੈਣ। ਸਿੱਧਾ ਗਲ ਲਾਉਣ ਤੋਂ ਭਾਵ ਕੀ ਹੈ, ਔਰ ਇਹਨਾਂ ਨੂੰ ਬੜਾ ਸਾਰਾ ਸੋਧ ਕੇ ਵੀ ਲਿਖ ਦਿੱਤਾ ਜਾਂਦਾ ਕਿ ਏਦਾਂ ਬਾਬਾ ਨਾਨਕ ਜੀ ਨੇ ਤਾਂ ਫਿਰ ਉਹਦਾ ਨਿਸਤਾਰਾ ਕਰ ਦਿੱਤਾ, ਉਹਦੇ ਦੁੱਖ ਨੂੰ ਸੁਣਿਆ। ਇਹਦੇ ਬਾਰੇ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਜੀ, ਕਿਉਂਕਿ ਇਹ ਜਿਹੜੀ ਗੱਲ ਹੈ ਨਾ ਕੁਝ ਹਜ਼ਮ ਨਹੀਂ ਹੁੰਦੀ ਵੀ ਜਿਹੜਾ ਸਾਡਾ ਗੁਰੂ ਹੈ, ਜਾਣਕਾਰ ਹੈ, ਜਿਹਨੂੰ ਅਸੀਂ ਕਹਿੰਦੇ ਆ ਵੀ ਉਹਨਾਂ ਨੇ, ਕਿਉਂਕਿ ਇਹਨਾਂ ਨੇ ਤਾਂ ਗੁਰੂ ਨਾਨਕ ਨੂੰ ਆਮ ਸਰੀਰ ਰਹਿਣ ਨਹੀਂ ਦੇਣਾ। ਸਰਬ ਕਲਾ ਸਮਰੱਥ ਕਹਿ ਕੇ ਇਹਨਾਂ ਨੇ ਉਹਨਾਂ ਨੂੰ ਰੱਬ ਬਣਾਉਣਾ, ਔਰ ਰੱਬ ਬਣਾ ਕੇ ਇਹਨਾਂ ਨੇ ਕਹਿਣਾ ਵੀ ਜਦੋਂ ਬਾਬੇ ਨਾਨਕ ਨੇ ਬਸ ਹੱਥ ਲਾਤਾ ਕੋਹੜੀ ਪੈਰੀਂ ਡਿੱਗ ਪਿਆ। ਕਿਉਂਕਿ ਉਹ ਤਾਂ ਕਹਾਣੀ ਜਦੋਂ ਬਾਬਿਆਂ ਨੇ ਸੁਣਾਈ ਹੈ ਤਾਂ ਉਹ ਏਦਾਂ ਸੁਣਾਈ ਹੈ, ਕਹਿੰਦੇ ਝੁੱਗੀ ਦੇ ਵਿੱਚ ਨੂੰ ਆਵਾਜ਼ ਮਾਰੀ ਵੀ ਕੋਈ ਹੈ ਤੇ ਕਹਿੰਦੇ ਅੱਗੋਂ ਕੋਹੜੀ ਨਿਕਲਿਆ ਤੇ ਉਹ ਚਰਨਾਂ ਤੇ ਢਹਿ ਪਿਆ। ਤੇ ਬਹੁਤ ਸਾਰਿਆਂ ਨੇ ਤਾਂ ਰੋ ਰੋ ਕੇ ਸੁਣਾਈ ਹੈ ਵੀ ਤੂੰ ਕਿਹੜਾ ਓਏ, ਤੂੰ ਕਿਹੜਾ ਉਹ ਵੀ ਜਿਹੜਾ ਇਸ ਰੋਗੀ ਨੂੰ ਗਲ ਲਾਉਣ ਆ ਗਿਆ। ਬਹੁਤ ਸਾਰੀਆਂ ਮਤਲਬ ਇਹਦੇ ਵਿੱਚ ਏਦਾਂ ਦੀਆਂ ਚੀਜ਼ਾਂ ਭਰੀਆਂ ਜਾਂਦੀਆਂ। ਤੇ ਬਾਪੂ ਜੀ ਥੋੜਾ ਜਿਹਾ ਹੋਰ ਚਾਨਣਾ ਇਸ ਜਿਹੜਾ ਚੱਕਰ ਤੇ ਪਾ ਦਿਓ ਜੀ। ਗੱਲ ਇਹ ਹੈ, ਜੇ ਇਸ ਤਰ੍ਹਾਂ ਸਾਰਾ ਕੁਝ ਠੀਕ ਹੁੰਦਾ ਤਾਂ ਗੁਰੂ ਸਾਹਿਬ ਨੂੰ ਇੰਨੇ ਲੰਮੇ ਪ੍ਰਚਾਰ ਦੌਰੇ ਕਰਨ ਦੀ ਲੋੜ ਨਹੀਂ ਸੀ। ਲੋਕ ਤਾਂ ਅੱਜ ਤੱਕ ਵੀ ਨਹੀਂ ਸੁਧਰੇ ਹਨ। ਜੇ ਕੋਈ ਕਰਾਮਾਤੀ ਸ਼ਕਤੀਆਂ ਹੁੰਦੀਆਂ ਤਾਂ ਗੁਰੂ ਸਾਹਿਬ ਤਾਂ ਸਮੇਤ ਬਾਬਰ ਦੇ ਉਹਨੂੰ ਸੁਧਾਰਨ ਦੇ ਕਤਲੋਗਾਰਤ ਕਦੀ ਨਾ ਹੁੰਦੀ, ਕੋਈ ਦੁਨੀਆ ਦੇ ਵਿੱਚ ਬਿਮਾਰ ਨਾ ਹੁੰਦਾ, ਹਸਪਤਾਲ ਕਿਤੇ ਬਣਾਉਣੇ ਨਾ ਪੈਂਦੇ, ਤੇ ਅੱਖ ਦੇ ਪਲਕਾਰੇ ਨਾਲ ਸਾਰਾ ਕੁਝ ਗੁਰੂ ਨਾਨਕ ਸਾਹਿਬ ਨੇ ਹੀ ਕਰ ਦੇਣਾ ਸੀ। ਪਰ ਜਦੋਂ ਕਿ ਇਸ ਤਰ੍ਹਾਂ ਸੰਭਵ ਨਹੀਂ ਹੈ, ਸਾਡਾ ਮਾਨਸਿਕ ਬਣਤਰ ਇਹੋ ਜਿਹੀ ਬਣੀ ਹੋਈ ਹੈ, ਇਹਦੇ ਵਿੱਚੋਂ ਜਿਹੜੀਆਂ ਬੁਰਾਈਆਂ, ਜਿਹੜੇ ਐਬ ਤੇ ਜਿਹੜੇ ਹੋਰ ਕਈ ਨੁਕਸ ਸਾਡੇ ਅੰਦਰ
ਧਸੇ ਹੋਏ ਹੁੰਦੇ ਨੇ, ਉਹਨਾਂ ਨੂੰ ਛੱਡਣ ਤੇ ਕਈ ਵਾਰੀ ਤਾਂ ਪੀੜ੍ਹੀਆਂ ਲੱਗ ਜਾਂਦੀਆਂ ਨੇ ਤੇ ਫਿਰ ਵੀ ਬੰਦਾ ਉਹਨਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦਾ। ਹੁਣ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਜਾ ਕੇ ਇਹ ਅਹਿਸਾਸ ਕਰਾਇਆ ਕਿ ਤੁਸੀਂ ਬਿਲਕੁਲ ਕੋਹੜੀ ਹੋ ਚੁੱਕੇ ਹੋ, ਆਪਣੇ ਆਪੇ ਦਾ ਵੀ ਤੁਹਾਨੂੰ ਖਿਆਲ ਨਹੀਂ ਹੈ, ਦੂਜਿਆਂ ਦਾ ਖਿਆਲ ਤੁਸੀਂ ਕੀ ਰੱਖੋਗੇ, ਤੁਸੀਂ ਗੁਲਾਮ ਬਣ ਚੁੱਕੇ ਹੋ, ਤੁਸੀਂ ਬਿਮਾਰੀਆਂ 'ਚ ਗਰਕ ਹੋ ਚੁੱਕੇ ਹੋ, ਤੁਸੀਂ ਨਸ਼ੇੜੀ ਬਣ ਚੁੱਕੇ ਹੋ, ਆਲਸੀ ਬਣ ਚੁੱਕੇ ਹੋ, ਤੁਹਾਡੇ ਵਿੱਚ ਜਾਤ ਪਾਤ ਦੀਆਂ ਵੰਡੀਆਂ ਪੈ ਚੁੱਕੀਆਂ ਨੇ, ਬੁਰੀ ਤਰ੍ਹਾਂ ਤੁਹਾਡੇ ਤੇ ਅਨੇਕਾਂ ਤਰ੍ਹਾਂ ਦੇ ਕੋਹੜ, ਇੱਕ ਨਹੀਂ ਬਹੁਤ ਸਾਰੇ ਕੋਹੜ ਤੁਹਾਡੇ ਸਮਾਜ 'ਚ ਫੈਲ ਚੁੱਕੇ ਨੇ ਤੇ ਤੁਸੀਂ ਇੱਕ ਦੂਜੇ ਤੋਂ ਨਫ਼ਰਤ ਕਰਦੇ ਨੇ। ਇੱਕ ਕੋਹੜੀ ਦੀ ਗੱਲ ਨਹੀਂ, ਇੱਥੇ ਤਾਂ ਮੈਂ ਆਪ ਵੇਖਿਆ ਤੇ ਅੱਜ ਵੀ ਤੁਸੀਂ ਪਿੰਡਾਂ 'ਚ ਵੇਖ ਲਓ, ਆਖੇ ਜਾਂਦੇ ਸ਼ੂਦਰ ਭੈਣਾਂ ਭਰਾਵਾਂ ਦੇ ਘਰ ਨੇ ਜਿਹੜੇ ਆਮ ਪਿੰਡਾਂ ਤੋਂ ਦੂਰ ਵੱਖਰੇ ਬਣਾਏ ਹੋਏ ਹੁੰਦੇ ਸੀ ਤੇ ਉਹਨਾਂ ਨੂੰ ਅਛੂਤ ਕਹਿ ਕੇ ਆਪਣੇ ਨੇੜੇ ਨਹੀਂ ਸੀ ਰਹਿਣ ਦਿੱਤਾ ਜਾਂਦਾ, ਤੇ ਜਦੋਂ ਉਹ ਜੱਟਾਂ ਵਗੈਰਾ ਦੇ ਘਰਾਂ 'ਚ ਆ ਕੇ ਕੋਈ ਮਿਹਨਤ ਮਜ਼ਦੂਰੀ ਕਰਦੇ ਸੀ, ਉਹਨਾਂ ਦਾ ਭਾਂਡਾ ਵੱਖਰਾ ਹੁੰਦਾ ਸੀ, ਦੂਰ ਉਹਨਾਂ ਨੂੰ ਬਿਠਾਉਂਦੇ ਸੀ। ਅਸਲ ਕੋਹੜ ਤਾਂ ਸਮਾਜ ਨੂੰ ਇਹ ਚਿਮੜਿਆ ਹੋਇਆ ਸੀ, ਜਿਹੜਾ ਗੁਰੂ ਨਾਨਕ ਸਾਹਿਬ ਨੇ ਦੂਰ ਕਰਨ ਦਾ ਉਪਰਾਲਾ ਕੀਤਾ। ਸਾਨੂੰ ਜਦੋਂ ਥੋੜੀ ਥੋੜੀ ਅਕਲ ਆਈ ਤਾਂ ਉਦੋਂ ਇਹਨਾਂ ਬਿਮਾਰੀਆਂ ਨੂੰ ਗਲੋਂ ਲਾਉਣ ਦਾ ਯਤਨ ਕੀਤਾ, ਨਹੀਂ ਤਾਂ ਇਹ ਕੋਹੜ ਬਹੁਤ ਤਰ੍ਹਾਂ ਦਾ ਅੱਜ ਵੀ ਸਾਡੇ ਸਿਰ ਦੇ ਉੱਤੇ ਸਵਾਰ ਹੈ। ਅਸੀਂ ਇਹਨਾਂ ਗੱਲਾਂ ਨੂੰ ਸਮਝਣ ਨੂੰ ਅੱਜ ਤੱਕ ਵੀ ਤਿਆਰ ਨਹੀਂ ਹੋਏ। ਹਾਂਜੀ, ਬਿਲਕੁਲ ਠੀਕ ਹੈ ਜੀ। ਕੋਹੜ ਸਮਾਜ ਦਾ ਜਿਹੜਾ ਹੈਗਾ, ਜਿੱਥੇ ਛੂਤ ਛਾਤ ਦਾ ਹੈਗਾ, ਜ਼ਾਤ ਪਾਤ ਦਾ ਹੈਗਾ, ਬਥੇਰੇ ਸਾਨੂੰ ਇਦਾਂ ਦੇ ਕੋਹੜ ਜਿਹੜੇ ਚਿੰਬੜੇ ਹੋਏ ਆ, ਉਹਨੂੰ ਤਾਂ ਹਜੇ ਤੱਕ ਅਸੀਂ ਲਾ ਹੀ ਨਹੀਂ ਸਕਿਆ। ਉਹ ਕਹਿੰਦੇ ਆ ਨਾ, ਮਾਫ ਕਰਨਾ ਇਸ ਗੱਲ ਲਈ ਜਿਹੜੀ ਮੈਂ ਹੁਣ ਪਹਿਲਾਂ ਕਹਿਣ ਜਾ ਰਿਹਾ, ਕਿਉਂਕਿ ਕਿਸੇ ਨੂੰ ਕਹਿੰਦੇ ਜੇਕਰ ਕੋਈ ਇੱਕ ਸ਼ਬਦ ਵਰਤ ਦਿੰਦਾ ਹੈ ਕਿਸੇ ਪ੍ਰਤੀ ਕਿ ਉਹ ਵੀ ਤੂੰ ਚੂੜਾ ਹੈ, ਤਾਂ ਉਹ ਗੁੱਸਾ ਕਰਦਾ। ਕਹਿੰਦੇ ਉਹਨੂੰ ਗੁੱਸਾ ਕਰਨ ਲਈ ਕਿਹਾ ਜਾਂਦਾ ਵੀ ਤੈਨੂੰ ਅਧਿਕਾਰ ਹੈ, ਤੂੰ ਸ਼ਿਕਾਇਤ ਲਗਾ ਸਕਦਾ। ਪਰ ਕਾਗਜ਼ੀ ਤੌਰ ਤੇ ਕਿਸੇ ਨੂੰ ਕਿਹਾ ਜਾਂਦਾ ਕਿ ਪਹਿਲਾਂ ਆਪਦੀ ਜ਼ਾਤ ਭਰ, ਆਪਦੀ ਸ਼੍ਰੇਣੀ ਭਰ, ਤੇ ਫਿਰ ਤੈਨੂੰ ਜਿਹੜਾ ਕੋਈ ਵੀ ਤੂੰ ਜਿਹੜਾ ਹੈਗਾ ਕਾਗਜ਼ ਪੱਤਰ ਆਪਣੇ ਫਿਲ ਕਰ ਸਕਦਾ, ਭਰ ਸਕਦਾ, ਨੌਕਰੀ ਲਈ ਭਰ ਸਕਦਾ। ਜਿੱਥੇ ਯੋਗਤਾ ਤੋਂ ਵੱਧ ਜਾਤੀ ਨੂੰ ਰੱਖਿਆ ਜਾਂਦਾ ਹੋਵੇ, ਉੱਥੇ ਸਮਾਜ ਦੇ ਭਲੇ ਦੀ ਆਸ ਕੀ ਕੀਤੀ ਜਾ ਸਕਦੀ ਹੈ। ਔਰ ਇਸ ਤੋਂ ਵੱਡਾ ਇੱਕ ਸਕਿੰਟ ਵਿੱਚ ਦੀ ਮੈਨੂੰ ਯਾਦ ਆ ਗਈ ਗੱਲ, ਪੁਲਿਸ ਦੇ ਨਾਲ ਮੇਰਾ ਬਹੁਤ ਵਾਰੀ ਵਾਹ ਵਾਸਤਾ ਪਿਆ। ਜਿੰਨੀ ਵਾਰੀ ਪੁਲਿਸ ਕੋਲੇ ਜਾਣਾ ਕੋਈ ਅਰਜੀ ਲਿਖਵਾਉਣ ਵਾਸਤੇ, ਉਹਨਾਂ ਨੇ ਨਾਲ ਦੀ ਨਾਲ ਪੁੱਛਣਾ ਤੁਹਾਡੀ ਜਾਤ ਕੀ ਹੈ ਜੀ। ਤੇ ਮੈਂ ਉਹਨੂੰ ਬਾਰ-ਬਾਰ ਕਹਿਣਾ, ਕਿਉਂਕਿ ਮੇਰੇ ਤੇ ਕੋਈ ਇੰਨਾ ਭਿਆਨਕ ਕੇਸ ਤਾਂ ਹੈ ਨਹੀਂ ਸੀ, ਮੈਂ ਉਹਨਾਂ ਨੂੰ ਕਹਿਣਾ ਵੀ ਜਾਤ ਕਿਉਂ ਪੁੱਛਦੇ ਹੋ? ਕਹਿੰਦੇ ਜੀ ਸਾਡੀ ਮਜਬੂਰੀ ਹੈ, ਸਰਕਾਰ ਦਾ ਹੁਕਮ ਹੈ, ਸਾਨੂੰ ਇਹ ਪੁੱਛਣੀ ਪੈਂਦੀ ਹੈ ਜੀ। ਇਹ ਬਹੁਤ ਜ਼ਿਆਦਾ ਤਰਾਸਦੀ ਹੈ ਸਾਡੇ ਸਮਾਜ ਦੀ, ਜਿੱਥੇ ਯੋਗਤਾ ਤੋਂ ਪਹਿਲੇ ਨੰਬਰ ਤੇ ਤੁਹਾਡੀ ਜਾਤੀ ਨੂੰ, ਤੁਹਾਡੇ ਇਸ ਕਿਸੇ ਪੈਦਾ ਹੋਈ ਖਾਸ ਸ਼੍ਰੇਣੀ ਦੇ ਵਿੱਚ ਤੁਹਾਨੂੰ ਤੋਲਿਆ ਮਾਪਿਆ ਜਾਂਦਾ ਹੈ। ਇਸ ਕਰਕੇ ਇਹ ਜਿੰਨਾ ਚਿਰ ਅਸੀਂ ਲਾ ਨਹੀਂ ਸਕਦੇ। ਅਸੀਂ ਬੜੇ ਗੁਰੂ ਪਾਤਸ਼ਾਹਾਂ ਦੇ ਪੁਰਬ ਮਨਾ ਰਹੇ ਹਾਂ, ਬਹੁਤ ਸਾਰੇ ਉਹਨਾਂ ਦੇ ਨਾਮ ਤੇ ਲੁੱਟ ਖਾਧਾ ਸਾਨੂੰ ਸਮਾਜ ਦੇ ਵਿੱਚ, ਪਰ ਜਿਹੜੀਆਂ ਗੱਲਾਂ ਤੋਂ ਸਾਨੂੰ ਆਜ਼ਾਦ ਹੋਣਾ ਚਾਹੀਦਾ ਸੀ, ਅੱਜ ਵੀ ਕਿਤੇ ਕੋਈ ਕਹਿ ਦਿੰਦਾ ਨਾ ਮੈਂ ਢਿੱਲੋਂ ਦਾ ਬੰਦਾ ਜੀ, ਮੈਂ ਇਹਦਾ ਬੰਦਾ ਜੀ, ਤਾਂ ਝੱਟ ਗੁਰਦੁਆਰਿਆਂ ਦੇ ਵਿੱਚ ਆ ਵੱਡੀਆਂ ਵੱਡੀਆਂ ਬਣੀਆਂ ਥਾਵਾਂ ਸਰਾਵਾਂ ਦੇ ਵਿੱਚ ਕਮਰੇ ਦੇਣ ਲਈ ਅਗਲੇ ਤਿਆਰ ਹੋ ਜਾਂਦੇ ਇੱਕ ਫੋਨ ਕਾਲ ਨਾਲ। ਪਰ ਜਿੱਥੇ ਕਿਤੇ ਪਤਾ ਲੱਗ ਜਾਂਦਾ ਇਹ ਬੰਦਾ ਲੋੜਵੰਦ ਹੈਗਾ, ਉਹਦੇ ਤੋਂ ਕੋਝੀਆਂ ਹਰਕਤਾਂ ਕਰ ਕਰਕੇ ਜਿਹੜਾ ਹੈਗਾ ਟੇਢੇ ਤਰੀਕੇ ਦੇ ਨਾਲ ਜਿਹੜਾ ਉਹ ਕੰਨੀ ਕਤਰਾਈ ਜਾਂਦੀ ਆ। ਅਸੀਂ ਕੀ ਕਹੀਏ, ਬਹੁਤ ਸਾਰਾ ਸਾਡਾ ਮਤਲਬ ਬੇੜਾ ਗਰਕ ਹੋਇਆ। ਚਲੋ ਆਪਾਂ ਇੱਕ ਮੈਨੂੰ ਇਸ ਜਾਤ ਨਾਲ ਜਿਹੜੀ ਬਹੁਤ ਹੀ ਕਠੋਰ ਗੱਲ ਹੈ, ਇੱਥੇ 90 ਅਨਾਜ ਮੰਡੀ ਦੇ ਵਿੱਚ ਤੇ ਇੱਕ ਗੁਰਦੁਆਰਾ ਬਣਿਆ ਹੈ ਭਗਤ ਧੰਨਾ ਜੱਟ, ਸਪੈਸ਼ਲ ਲਿਖਿਆ ਹੈ ਉੱਥੇ ਮੱਥੇ ਤੇ। ਅੱਛਾ ਜੀ। ਤੇ ਮੈਨੂੰ ਅੱਜ ਤੋਂ 25 ਸਾਲ ਪਹਿਲਾਂ ਮੈਂ ਇਹਨੂੰ ਕਥਾ ਵਾਸਤੇ ਉਹਨਾਂ ਨੇ ਬੁਲਾ ਲਿਆ। ਜਦੋਂ ਮੈਂ ਉੱਥੇ ਗੁਰਦੁਆਰੇ ਦੇ ਗੇਟ ਦੇ ਉੱਤੇ ਮੱਥੇ ਦੇ ਉੱਤੇ ਲਿਖਿਆ ਪੜ੍ਹਿਆ ਗੁਰਦੁਆਰੇ ਦੇ ਐਨ ਮੇਨ ਗੇਟ ਤੇ ਕਿ ਭਗਤ ਧੰਨਾ ਜੱਟ ਗੁਰਦੁਆਰਾ, ਅੰਦਰ ਮੈਂ ਇਸ ਵਿਸ਼ੇ ਤੇ ਜਾਤ ਪਾਤ ਦੇ ਵਿਰੁੱਧ ਬੋਲਣ ਲੱਗ ਪਿਆ। 10 ਮਿੰਟਾਂ ਦੇ ਅੰਦਰ ਪ੍ਰਧਾਨ ਜੀ ਨੇ ਮੈਨੂੰ ਕਹਿਤਾ ਜੀ ਫਤਿਹ ਬੁਲਾ ਦਿਓ, ਤੁਹਾਡਾ ਟਾਈਮ ਖਤਮ ਹੋ ਗਿਆ। ਹਾਂਜੀ, ਭਾਵ ਕਿ ਦੇਖੋ ਜੱਟ ਦੇ ਨਾਂ ਤੇ ਸਪੈਸ਼ਲ ਗੁਰਦੁਆਰਾ, ਰਵਿਦਾਸੀਆਂ ਦੇ ਨਾਂ ਤੇ, ਰਾਮਗੜੀਏ ਦੇ ਨਾਂ ਤੇ, ਕਬੀਰ ਪੰਥੀਆਂ ਦੇ ਨਾਂ ਤੇ। ਹੈਰਾਨੀ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਦੇ ਆਖੇ ਤੋਂ ਅਸੀਂ ਸਿਰਫ ਮੱਥਾ ਤਾਂ ਟੇਕ ਲੈਨੇ ਆ ਗੁਰੂ ਗ੍ਰੰਥ ਸਾਹਿਬ ਨੂੰ, ਜਿਹੜਾ ਵੀ ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਚਮਾਰ ਜਾਤੀ ਨਾਲ ਸੰਬੰਧਿਤ ਮਹਾਂਪੁਰਖ ਦੀ ਬਾਣੀ ਦਰਜ ਹੈ, ਉਹਨੂੰ ਸਿਰਫ ਮੱਥਾ ਟੇਕ ਲੈਨੇ ਆ, ਪਰ ਜਾਤ ਪਾਤ ਸਾਡੇ ਖੋਪੜੀ ਚੋਂ ਨਹੀਂ ਨਿਕਲੀ ਅਜੇ ਤੱਕ। ਬਿਲਕੁਲ ਜੀ। ਨਾਲੇ ਇਸੇ ਜਾਤੀ ਪਾਤੀ ਨੂੰ ਜਿਹੜਾ ਪ੍ਰਚਾਰਨ ਵਾਲਿਆਂ ਲੋਕਾਂ ਨੇ ਤਾਂ ਕਿਸੇ ਨੂੰ ਹਰੀਜਨ ਬਣਾ ਕੇ, ਕਿਸੇ ਨੂੰ ਮਾਫ ਕਰਨਾ, ਇਹਨਾਂ ਗੱਲਾਂ ਦੇ ਵਿੱਚ ਜਦੋਂ ਅਸੀਂ ਪੈ ਜਾਂਦੇ ਆ, ਇਹਨਾਂ ਦਾ ਨਿਬੜਦਾ ਕੁਛ ਨਹੀਂ ਹੈਗਾ। ਭਾਵੇਂ ਅਸੀਂ ਲੋਕਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਸਿਰ ਦੇ ਉੱਪਰ ਐਡਾ ਵੱਡਾ ਚੱਕਰਵਿਊਹ ਹੈਗਾ, ਔਰ ਜਿੰਨਾ ਚਿਰ ਤੁਸੀਂ ਇਹਨੂੰ ਆਪਣੇ ਆਪ ਨੂੰ ਆਪ ਖੁਦ ਛੱਡਣ ਲਈ ਤਿਆਰ ਨਹੀਂ ਹੋਵੋਗੇ, ਇਹ ਸਰਕਾਰਾਂ ਦੇ ਕੋਝੇ ਜਾਲਾਂ ਦੇ ਵਿੱਚ ਤੁਸੀਂ ਫਸੇ ਰਹੋਗੇ ਔਰ ਤੁਸੀਂ ਕਦੇ ਵੀ ਤਰੱਕੀ ਦੇ ਰਾਹ ਤੇ ਨਹੀਂ ਪੈ ਸਕੋਗੇ। ਔਰ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜੀਓ ਤਪਤ ਹੈ ਬਾਰੋ ਬਾਰ, ਜੋ ਕਿ 661 ਅੰਕ ਦੇ ਉੱਪਰ ਸ਼ਬਦ ਸੁਭਾਇਮਾਨ ਹੈ। ਔਰ ਕਈ ਵਾਰੀ ਇਹ ਜਦੋਂ ਕਹਿੰਦੇ ਨਾ ਵੀ ਹੁਕਮ ਲੈਨੇ ਆਪਾਂ, ਤਾਂ ਉਦੋਂ ਵੀ ਵਾਰ-ਵਾਰ ਸੁਣਨ ਨੂੰ ਮਿਲਦਾ।
ਔਰ ਪਰ ਇੱਕ ਗੱਲ ਯਾਦ ਰੱਖਿਓ, ਅਸਲ ਕੋਡ ਸੱਚ ਨੂੰ ਨਾ ਬੋਲਣਾ ਹੈਗਾ, ਸੱਚ ਨੂੰ ਨਾ ਸੁਣਨਾ ਹੈਗਾ, ਚੰਗੇ ਰਾਹ ਤੇ ਨਾ ਪੈਣਾ ਹੈਗਾ, ਗਿਆਨ ਦੇ ਪ੍ਰਾਪਤੀ ਦੇ ਸਰੋਤਾਂ ਵੱਲ ਨੂੰ ਨਾ ਚੱਲਣਾ ਹੈਗਾ। ਜਿੰਨਾ ਚਿਰ ਅਸੀਂ ਨਹੀਂ ਚੱਲਦੇ ਅਸੀਂ ਖੁਦ ਕੋੜ ਹੀ ਰਵਾਂਗੇ। ਗੁਰੂ ਪਾਤਸ਼ਾਹ ਦੇ ਅੱਗੇ ਦੌਰੇ ਵੱਲ ਨੂੰ ਵਧਦੇ ਆ, ਕਹਿੰਦੇ ਉਹ ਸੁਲਤਾਨਪੁਰ, ਵੈਰੋਵਾਲ ਤੇ ਜਲਾਲਾਬਾਦ ਵੱਲ ਨੂੰ, ਕਿੜੀਆਂ ਪਠਾਣੇ ਵੱਲ ਨੂੰ ਗਏ ਤੇ ਉਹਨਾਂ ਨੇ ਜਿਹੜੇ ਪਠਾਣਾਂ ਇਹਨਾਂ ਖਿੱਤਿਆਂ ਦੇ ਵਿੱਚ ਉਹ 2-2 ਦਿਨ ਰਹੇ ਵੀ, ਤੇ ਨਾਲ ਇਹ ਗੱਲ ਕੀਤੀ ਜਾਂਦੀ ਹੈ ਕਿ ਬਹੁਤ ਸਾਰੇ ਪਠਾਨ ਉਹਨਾਂ ਦੇ ਸੇਵਕ ਵੀ ਬਣ ਗਏ। ਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਜਿਹੜਾ ਨਾਲ ਜਦੋਂ ਉਹਨਾਂ ਨੂੰ ਸੇਵਕ ਵੀ ਬਣਾਇਆ ਜਾਂਦਾ ਹੈ, ਭੁੱਖੇ ਰਹਿਣਾ ਉਹਨਾਂ ਦਾ ਵਾਰ-ਵਾਰ ਇੱਥੇ ਦਰਜ ਕੀਤਾ ਜਾਂਦਾ ਹੈ। ਔਰ ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ, ਜਿਹੜਾ ਰਾਏ ਸਾਹਿਬ ਪਿਆਰੇ ਕਾ ਰਾਏ ਸਾਹਿਬ ਦਾ ਸ਼ਬਦ ਹੈ ਉਹ ਵੀ ਇੱਥੇ ਨਾਲ ਉਚਾਰ ਕੇ ਗੱਲਬਾਤ ਕੀਤੀ ਜਾਂਦੀ ਹੈ। ਬਾਪੂ ਜੀ ਇਹਦੇ ਬਾਰੇ ਚਾਨਣਾ ਪਾਓ ਜੀ। ਆਪਣੇ ਪਹਿਲਾਂ ਤਾਂ ਕਹਿ ਦਿੱਤਾ ਕਿ ਇਹਨਾਂ ਲੋਕਾਂ ਨੇ ਜਿਹੜੇ ਕੋਹੜੀ ਸੀ, ਫਕੀਰ ਦਾ ਨਸਤਾਰਾ ਕੀਤਾ, ਕਸੂਰ 2 ਦਿਨ ਰਹੇ, ਉਹੀ ਸਾਖੀ ਦੁਬਾਰਾ ਇੱਥੇ ਦੁਹਰਾਈ ਗਈ ਹੈ ਕਿ ਸੁਲਤਾਨਪੁਰ, ਵੈਰੋਵਾਲ, ਜਲਾਲਾਬਾਦ, ਕਿੜੀਆ ਪਠਾਣਾ ਵਿੱਚ 2-2 ਦਿਨ ਠਹਿਰੇ। ਪਹਿਲਾਂ ਤਾਂ ਕਈਆਂ ਦਿਨਾਂ ਤੱਕ ਕਿਸੇ ਨੇ ਕੋਈ ਬਹੁਤੀ ਸਾਰ ਨਾ ਲਈ, ਕੋਈ ਧਿਆਨ ਨਾ ਦਿੱਤਾ। ਫਿਰ ਗੁਰੂ ਸਾਹਿਬ ਨੇ ਜਦੋਂ ਉੱਥੇ ਸ਼ਬਦ ਉਚਾਰਨ ਕੀਤਾ, ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ, ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ। ਫਿਰ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਬੰਦਾ ਕੋਈ ਸਿਆਣਾ ਲੱਗਦਾ ਤੇ ਬਹੁਤ ਸਾਰੇ ਪਠਾਨ ਆ ਕੇ ਚਰਨੀ ਲੱਗੇ ਤੇ ਗੁਰੂ ਸਾਹਿਬ ਦੇ ਸੇਵਕ ਸਿੱਖ ਬਣੇ। ਇੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਇਸਲਾਮ ਦੇ ਵਿੱਚ ਆਪਣਾ ਧਰਮ ਬਦਲਣ ਦੀ ਇਜਾਜ਼ਤ ਨਹੀਂ ਹੈ। ਜਿਹੜਾ ਆਪਣਾ ਧਰਮ ਛੱਡ ਕੇ ਜਾਂਦਾ ਉਹਨੂੰ ਕਤਲ ਕਰਨ ਦੇ ਨੇ, ਉਹਨੂੰ ਬਰਦਾਸ਼ਤ ਨਹੀਂ ਉਹ ਕਰਦੇ ਹਨ। ਬਿਲਕੁਲ ਇਸੇ ਤਰ੍ਹਾਂ ਜਿਹੜਾ ਪੀਰ ਬੁੱਧੂ ਸ਼ਾਹ ਅੱਗੇ ਜਾ ਕੇ ਗੁਰੂ ਸਾਹਿਬ ਦਾ ਸੇਵਕ ਤਾਂ ਬਣਦਾ ਪਰ ਆਪਣਾ ਧਰਮ ਨਹੀਂ ਛੱਡ ਸਕਿਆ। ਉਹ ਮਨ ਕਰਕੇ ਤਾਂ ਗੁਰੂ ਨੂੰ ਸਵੀਕਾਰ ਕਰ ਲਿਆ ਪਰ ਉਹਨੇ ਗੁਰੂ ਵਾਲੀ ਮਰਿਆਦਾ ਅਪਣਾ ਨਹੀਂ ਸਕਿਆ ਕਿਉਂਕਿ ਉਹਦੇ ਧਰਮ ਵਾਲਿਆਂ ਨੇ ਉਹਨੂੰ ਬਰਦਾਸ਼ਤ ਨਹੀਂ ਕੀਤਾ। ਸਗੋਂ ਸਮਾਂ ਪਾ ਕੇ ਪੀਰ ਬੁੱਧੂ ਸ਼ਾਹ ਨੂੰ ਸਮੇਤ ਪਰਿਵਾਰ ਦੇ ਕੱਟੜ ਮੁਸਲਮਾਨਾਂ ਨੇ ਕਤਲ ਕਰ ਦਿੱਤਾ ਤੇ ਉਹ ਅੱਜ ਵੀ ਇਤਿਹਾਸ ਦੇ ਵਿੱਚ ਘਟਨਾਵਾਂ ਦਰਜ ਨੇ। ਤਾਂ ਇਹ ਜਿਹੜਾ ਇੱਥੇ ਇੰਨੇ ਸਾਰੇ ਪਠਾਨ ਗੁਰੂ ਸਾਹਿਬ ਦੇ ਸੇਵਕ ਸਿੱਖ ਬਣ ਗਏ, ਉਹਨਾਂ ਨੇ ਕੀ ਰੂਪ ਧਾਰਨ ਕੀਤਾ, ਅੱਗੋਂ ਜਾ ਕੇ ਕੀ ਕੰਮ ਕੀਤਾ, ਇਹਨਾਂ ਗੱਲਾਂ ਦਾ ਪਰਖ ਪੜਚੋਲ ਕਰਨ ਦੀ ਲਿਖਾਰੀ ਨੇ, ਸਾਖੀਕਾਰ ਨੇ ਕੁਝ ਜ਼ਿਕਰ ਨਹੀਂ ਕੀਤਾ। ਬਸ ਬਹੁਤ ਸਾਰੇ ਕਿਤੇ ਸੇਵਕ ਬਣ ਗਏ, ਕਿਤੇ ਦੁਸ਼ਮਣ ਬਣ ਗਏ, ਕਿਤੇ ਸੇਵਾ ਕੀਤੀ, ਕਿਤੇ ਭੁੱਖੇ ਰਹਿ ਗਏ। ਆਪਣੀਆਂ ਮਨਮਰਜ਼ੀ ਦੀਆਂ ਮਨੌਤਾਂ ਥਾਂ ਤੇ ਸਾਡੇ ਦਿਮਾਗਾਂ 'ਚ ਪਾਉਣ ਦਾ ਇਹਨਾਂ ਸਾਖੀਆਂ ਰਾਹੀਂ ਉਪਰਾਲਾ ਕੀਤਾ ਗਿਆ। ਹਾਂਜੀ, ਨਾਲੇ ਇੱਥੇ ਗੱਲ ਕੀਤੀ ਗਈ, ਕਹਿੰਦੇ ਉਹ ਜਿਹੜਾ ਸ਼ਬਦ ਇਹਨਾਂ ਨੇ ਉਚਾਰਿਆ ਵੀ ਰਾਏ ਸਾਹਿਬ ਪਿਆਰੇ ਕਾ ਰਾਏ ਸਾਹਿਬ, ਜਿੱਤ ਸਦਾ ਸੁੱਖ ਹੋਈ। ਵੇਖੋ ਹੁਣ ਏਦਾਂ ਦੀਆਂ ਕਿਹੜੀਆਂ ਇਹੋ ਜਿਹੀ ਕੋਈ ਕਹਾਣੀ ਵੀ ਹੁੰਦੀ ਹੈ, ਸਟੋਰੀ ਨੂੰ ਕਹਿੰਦੇ ਸੁਣ ਕੇ ਨਾ ਚਾਅ ਤਾਂ ਚੜ੍ਹਦਾ। ਮੈਂ ਕਈ ਵਾਰੀ ਸੋਚਦਾ ਹੁੰਨਾ ਕਿਸੇ ਕਹਾਣੀ ਨੂੰ ਸੁਣ ਕੇ ਚਾਅ ਤਾਂ ਚੜ੍ਹ ਸਕਦਾ, ਪਰ ਕਹਾਣੀਆਂ ਸੁਣਾਈਆਂ ਔਰ ਜਿਹੜੀਆਂ ਜਿਵੇਂ ਇੱਥੇ ਤਾਂ ਗੁਰੂ ਪਾਤਸ਼ਾਹ ਦੇ ਬਾਰੇ ਜਿੰਨੀਆਂ ਵੀ ਆ ਜੋੜੀਆਂ ਗਈਆਂ ਗਾਥਾਵਾਂ ਨੇ, ਜਿੰਨੀਆਂ ਆਪਾਂ ਸੁਣ ਰਹੇ ਹਾਂ ਜਾਂ ਵਿਚਾਰ ਰਹੇ ਹਾਂ, ਇਹਨਾਂ ਦੇ ਵਿੱਚ ਤਾਂ ਅਜਿਹਾ ਝੂਠ ਹੈ ਜਿਹਦੇ ਨਾਲ ਉਹਨਾਂ ਨੂੰ ਰੱਬ ਬਣਾਉਣ ਦੀ ਬਸ ਪੁਰਜ਼ੋਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਸਾਬਿਤ ਹੋ ਜਾਣ ਕਿ ਉਹ ਇੱਕ ਤਰ੍ਹਾਂ ਦੇ ਨਾਲ ਚਮਤਕਾਰੀ ਨੇ। ਮਤਲਬ ਟੋਟਲੀ ਮੈਜੀਕਲੀ ਸਾਰਾ ਕੁਝ ਦਿਖਾਇਆ ਜਾ ਰਿਹਾ, ਮੈਜਿਕ ਹੀ ਮੈਜਿਕ ਦਿਖਾਇਆ ਜਾ ਰਿਹਾ। ਜਾਂ ਉਹਨਾਂ ਨੂੰ ਕਿਤੇ ਤਾਂ ਬਿਲਕੁਲ ਹੀ ਦੁਰਕਾਰ ਦਿੱਤਾ ਜਾਂਦਾ ਵੀ ਜਿਹੜਾ ਬੰਦਾ ਖੁਦ ਭੁੱਖ ਨਾਲ ਵਿਆਕੁਲ ਹੋਇਆ ਫਿਰਦਾ ਉਹ ਕਿਸੇ ਦਾ ਨਿਸਤਾਰਾ ਕੀ ਕਰੇਗਾ, ਹਨਾ, ਕਿਉਂਕਿ ਉਹਨੂੰ ਤਾਂ ਆਪ ਨੂੰ ਖੁਦ ਨੂੰ ਰਿਸਪੈਕਟ ਨਹੀਂ ਮਿਲ ਰਹੀ। ਔਰ ਇਹਦਾ ਮਤਲਬ ਜਿਹੜਾ ਧਰਮ ਦੇ ਨਾਮ ਦੀ ਕੱਟੜਤਾ ਹੈ ਨਾ, ਉਹ ਕਿਤੇ ਨਾ ਕਿਤੇ ਜਿਵੇਂ ਹੁਣ ਸਾਡੇ ਵਿੱਚ ਪਈ ਹੋਈ ਹੈ ਉਸੇ ਤਰੀਕੇ ਨਾਲ ਪੁਰਾਣਿਆਂ ਵਿੱਚ ਪਈ ਹੋਈ ਹੈ। ਤੇ ਮੈਂ ਜਦੋਂ ਇਹ ਗੱਲ ਕਰਦਾ ਹੁੰਨਾ ਕਿ ਬਾਬਾ ਨਾਨਕ ਜੀ ਨਾਲ ਜੁੜੇ ਹੋਏ ਸਿੱਖਾਂ ਦਾ, ਉਸ ਤੋਂ ਪਿੱਛੇ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਵੱਖਰੀ ਕੌਮ ਹੈਗੇ ਹਾਂ, ਵੱਖਰੀ ਕੌਮ ਕਹਿਣ ਦੇ ਸੰਕਲਪ ਜਾਂ ਇਸਲਾਮ ਨੂੰ ਵੱਖਰਾ ਕਹਿਣ ਵਾਲੇ ਜਾਂ ਈਸਾਈਅਤ ਨੂੰ ਵੱਖਰਾ ਕਹਿਣ ਵਾਲੇ ਸਾਰਿਆਂ ਸਿਲਸਿਲਿਆਂ ਨੂੰ ਜਦੋਂ ਵੱਖਰਾ ਵੱਖਰਾ ਕਰਕੇ ਪੇਸ਼ ਕਰਦੇ ਹਾਂ ਤੇ ਸਾਡਾ ਜਿੱਥੇ ਧਿਆਨ ਇਹ ਹੁੰਦਾ ਵੀ ਦੂਜੇ ਸਾਰੇ ਸਿੱਖ ਬਣ ਜਾਣ, ਜਾਂ ਉਹਨਾਂ ਦੂਸਰਿਆਂ ਦਾ ਧਿਆਨ ਹੁੰਦਾ ਦੂਜੇ ਸਾਰੇ ਇਸਲਾਮ ਹੀ ਇਸਲਾਮ ਹੋਵੇ, ਜਿੰਨਾ ਕਰਕੇ ਆ ਜਿਵੇਂ ਬਾਬਰ ਦੇ ਹੁਣ ਆਪਾਂ ਰਾਜ ਕਰਨ ਦੀਆਂ ਗੱਲਾਂ ਕਰ ਰਹੇ ਹਾਂ, ਉਹਨਾਂ ਦੇ ਹਮਲੇ ਕਰਨ ਦੀਆਂ ਗੱਲਾਂ ਕਰ ਰਹੇ ਹਾਂ, ਪੜ੍ਹਦੇ ਹਾਂ ਵਿੱਚੋਂ, ਤੇ ਉਹ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਵੀ ਇਹ ਅਖੀਰ ਹੈ, ਬਸ ਇਸ ਤੋਂ ਗਾਂਹ ਹੈ ਨਹੀਂਗਾ ਕੁਝ। ਬਿਲਕੁਲ, ਜਿਹੜਾ ਕਿ ਸਮਾਜ ਲਈ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੁੰਦਾ ਜਦੋਂ ਇਸਲਾਮ ਕਹਿੰਦਾ ਵੀ ਮੁਹੰਮਦ ਸਾਹਿਬ ਤੋਂ ਵੱਡਾ ਤਾਂ ਕੋਈ ਹੋ ਹੀ ਨਹੀਂ ਸਕਦਾ, ਬਸ ਉਹ ਆਖਰੀ ਨਬੀ ਹੈ। ਹਾਂਜੀ, ਉਹਨਾਂ ਦਾ ਆਖਰੀ ਨਬੀ ਕਹਿਣਾ ਸਮਾਜ ਲਈ ਕਿੰਨਾ ਖਤਰਨਾਕ ਹੈ। ਤੇ ਜਦੋਂ ਸਿੱਖ ਕਹਿੰਦੇ ਆ ਵੀ ਗ੍ਰੰਥ ਸਾਹਿਬ ਤੋਂ ਤਾਂ ਪਾਸੇ ਕੁਛ ਹੈ ਹੀ ਨਹੀਂ, ਬਸ ਜੋ ਹੈ ਸੋ ਗੁਰੂ ਗ੍ਰੰਥ ਸਾਹਿਬ, ਜਾਂ ਕਿਸੇ ਇੱਕ ਸਾਖੀ ਨੂੰ ਪੜ੍ਹ ਕੇ ਜੋ ਹੈ ਬਸ ਗੁਰੂ ਨਾਨਕ, ਇਸ ਤਰੀਕੇ ਨਾਲ ਜਦੋਂ ਸਮਾਜ ਦੀ ਬੁੱਧੀ ਨੂੰ ਕਿਤੇ ਨਾ ਕਿਤੇ ਸੰਕੋਚਵਾਂ ਰੂਪ ਮਿਲਦਾ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਇਸ਼ਾਰਾ ਏਦਾਂ ਦਾ ਦੇ ਦਿੱਤਾ ਜਾਂਦਾ ਵੀ ਤੁਸੀਂ ਇਸ ਖਿੱਤੇ ਨਾਲ ਸੰਬੰਧਿਤ ਹੋ, ਇਹਨਾਂ ਸਾਖੀਆਂ ਨਾਲ ਸੰਬੰਧਿਤ ਹੋ,
ਜੇ ਵੇਖਣਾ ਬਸ ਇਹਨਾਂ ਦਾ ਸ਼ੀਸ਼ਾ ਆਪਣੇ ਸਿਰ ਦੇ ਉੱਪਰ ਜਿਹੜਾ ਵੇਖ ਵੇਖ ਕੇ ਉਹ ਚੱਲਦੇ ਰਿਹਾ ਜੀ। ਇੱਕ ਨਾ ਮੈਨੂੰ ਮੁਸਲਮਾਨ ਭਰਾਵਾਂ ਨੇ ਕਈ ਸਾਲ ਪਹਿਲਾਂ ਆਪਣੇ ਇੱਕ ਸੈਮੀਨਾਰ ਦੇ ਵਿੱਚ ਬੁਲਾ ਲਿਆ ਜੀ। ਉਹ ਸੈਮੀਨਾਰ ਦੇ ਵਿੱਚ ਕਾਫੀ ਸਾਰੇ ਉਹਨਾਂ ਨੇ ਸਵਾਲ ਕੀਤੇ, ਜਿੰਨੇ ਕਿ ਮੇਰੀ ਸਮਝ ਸੀ ਮੈਂ ਜਵਾਬ ਦਿੰਦਾ ਗਿਆ। ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਮੈਂ ਆਪਣੇ ਕੋਲੇ ਨੈਟ ਦੇ ਉੱਤੇ ਪਾਈਆਂ ਹੋਈਆਂ ਨੇ, ਕਈ ਤਰ੍ਹਾਂ ਦੀਆਂ ਹੈਗੀਆਂ ਨੇ ਜੀ। ਅੱਛਾ, ਅਖੀਰ ਦੇ ਵਿੱਚ ਜਦੋਂ ਉਹਨਾਂ ਨੇ ਆਪਣੇ ਸਵਾਲ ਪੂਰੇ ਕਰ ਲਏ, ਕਹਿੰਦੇ ਜੀ ਚਲੋ ਸਾਨੂੰ ਵਧੀਆ ਲੱਗਿਆ ਤੁਸੀਂ ਆਏ ਹੋ, ਤੇ ਮੈਂ ਫਿਰ ਸਵਾਲ ਕਰ ਲਿਆ। ਮੈਂ ਕਿਹਾ ਮੈਂ ਕੋਈ ਸਵਾਲ ਕਰ ਸਕਦਾ? ਕਹਿਣ ਲੱਗੇ ਹਾਂ। ਮੈਂ ਕਿਹਾ ਤੁਸੀਂ ਮੈਨੂੰ ਹੁਣ ਤੱਕ ਬਹੁਤ ਆਪਣੇ ਪੂਰੀ ਵਾਹ ਲਾ ਕੇ ਇਹ ਸਮਝਾਇਆ ਕਿ ਮੁਹੰਮਦ ਸਾਹਿਬ ਆਖਰੀ ਨਬੀ ਸਨ ਤੇ ਕੁਰਾਨ ਹੈ ਆਖਰੀ ਕਿਤਾਬ ਹੈ ਤੇ ਇਹਦੇ ਵਿੱਚ ਸਾਰਾ ਕੁਝ ਹੈ ਸਾਡੀ ਜ਼ਿੰਦਗੀ ਵਾਸਤੇ। ਕਹਿੰਦੇ ਜੀ ਬਿਲਕੁਲ, ਇਹਦੇ 'ਚ ਵਿਗਿਆਨ, ਇਹਦੇ 'ਚ ਮੈਡੀਕਲ, ਇਹਦੇ 'ਚ ਫਲਾਣਾ ਧਮਕਾ, ਜਿੰਨੀਆਂ ਚੀਜ਼ਾਂ ਦੁਨੀਆ ਦੀਆਂ ਅੱਜ ਚੱਲ ਰਹੀਆਂ ਨੇ ਸਾਰੀਆਂ ਗਣਾਤੀਆਂ ਵੀ ਸਾਰੀਆਂ ਹੈਗੀਆਂ ਇਹਦੇ 'ਚ। ਜੀ ਜੀ। ਮੈਂ ਕਿਹਾ ਪੱਕੀ ਗੱਲ ਹੈ? ਕਹਿੰਦੇ ਹਾਂਜੀ ਪੱਕੀ ਗੱਲ ਹੈ, ਤੁਹਾਨੂੰ ਯਕੀਨ ਹੈ ਇਹਦੇ ਤੇ ਵੀ ਸਾਰਾ ਕੁਝ ਇਹਦੇ 'ਚ ਹੈਗਾ? ਮੈਂ ਕਿਹਾ ਮੈਂ ਬਿਲਕੁਲ ਨਿਮਰਤਾ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ, ਅਸੀਂ ਏਸ਼ੀਆ ਦੇ ਲੋਕ ਮੁਸਲਮਾਨ ਵੀ ਕਹਿੰਦੇ ਆ ਸਾਡੀ ਕਿਤਾਬ ਵਿੱਚ ਸਾਰਾ ਕੁਝ ਹੈ, ਸਾਡੇ ਧਰਮ ਵਰਗਾ ਕੋਈ ਨਹੀਂ, ਤੇ ਹਿੰਦੂ ਵੀ ਕਹਿੰਦੇ ਨੇ ਸਾਡੇ ਧਰਮ ਵਰਗਾ ਕੋਈ ਨਹੀਂ ਹੈ, ਅਸੀਂ ਸਿੱਖ ਵੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਤਮ, ਇਹਦੇ ਵਰਗਾ ਕੋਈ ਨਹੀਂ ਹੈ। ਪਰ ਆਪਣੇ ਇਲਾਕੇ ਨੂੰ, ਆਪਣੇ ਦੇਸ਼ਾਂ ਨੂੰ ਸਾਰੇ ਛੱਡ ਕੇ ਵਿਦੇਸ਼ਾਂ ਨੂੰ ਕਿਉਂ ਭੱਜ ਰਹੇ ਆ? ਤੇ ਜਿਹੜੀਆਂ ਕਾਢਾਂ ਉਹਨਾਂ ਨੇ ਕੱਢੀਆਂ ਨੇ ਅਸੀਂ ਅੱਜ ਤੱਕ ਕਿਉਂ ਨਹੀਂ ਕੱਢੀਆਂ? ਆਪਣੇ ਲੋਕਾਂ ਨੂੰ ਉਹ ਸੁੱਖ ਸਹੂਲਤਾਂ ਅਸੀਂ ਕਿਉਂ ਨਹੀਂ ਦੇ ਸਕੇ ਜਿਹੜੀਆਂ ਉਹਨਾਂ ਨੇ ਦੇ ਦਿੱਤੀਆਂ ਹੋਈਆਂ ਨੇ? ਜੇ ਉਹ ਸਾਡੇ ਨਾਲੋਂ ਚੰਗੇ ਨੇ ਤੇ ਅਸੀਂ ਉੱਥੇ ਤਾਂ ਜਾਂਦੇ ਆ, ਤੇ ਆਪਣੇ ਧਰਮ ਗ੍ਰੰਥਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਅੱਜ ਤੱਕ ਤੁਸੀਂ ਕੱਢ ਕੇ ਲੋਕਾਂ ਨੂੰ ਦਿੱਤੀਆਂ ਕਿਉਂ ਨਹੀਂ ਹਨ? ਬਿਲਕੁਲ। ਇਸ ਤੋਂ ਬਾਅਦ ਉਹਨਾਂ ਦੀ ਨੀਵੀਂ ਪੈ ਗਈ, ਕਹਿੰਦੇ ਜੀ ਬਸ ਇਹਦਾ ਗੱਲ ਦਾ ਜਵਾਬ ਤਾਂ ਕਦੇ ਫੇਰ ਹੀ ਦੇਵਾਂਗੇ, ਇਹਦਾ ਗੱਲ ਦਾ ਤੇਰੇ ਕੋਲ ਜਵਾਬ ਨਹੀਂ ਹੈ। ਬਿਲਕੁਲ ਜੀ। ਜਦੋਂ ਵੀ ਅਸੀਂ ਕਿਤੇ ਨਾ ਕਿਤੇ ਕਿਸੇ ਦੇ ਰੂਬਰੂ ਹੁੰਨੇ ਆ ਨਾ, ਸਾਹਮਣੇ ਬੈਠਦੇ ਆ ਤਾਂ ਗੱਲਬਾਤ ਕਰਦੇ ਆ, ਤਾਂ ਅਗਲਿਆਂ ਦਾ ਪੂਰਾ ਜ਼ੋਰ ਲੱਗਾ ਹੁੰਦਾ ਵੀ ਜਿਵੇਂ ਤੁਹਾਡਾ ਨਾਨਕ ਹੈ ਨਾ, ਉਹ ਇੰਨਾ ਠੀਕ ਨਹੀਂ ਹੈਗਾ, ਸਾਡੇ ਮੁਹੰਮਦ ਸਾਹਿਬ ਠੀਕ ਆ। ਮੇਰਾ ਖੁਦ ਵੀ, ਮੈਂ ਬਹੁਤ ਵੱਡੇ ਵੱਡੇ ਸੈਮੀਨਾਰਾਂ ਵਿੱਚ ਗਿਆ ਆ, ਮੈਨੂੰ ਬੁਲਾਇਆ ਗਿਆ, ਪਰ ਮੈਂ ਜਦੋਂ ਵੀ ਦੇਖਦਾ ਇੱਥੇ ਤਾਂ ਇਹ ਹਰ ਬੰਦੇ ਦਾ, ਜਿਵੇਂ ਇੰਟਰ ਰਿਲੀਜੀਅਸ ਪ੍ਰੋਗਰਾਮ ਹੁੰਦੇ ਰਹਿੰਦੇ ਆ ਨਾ, ਜਿਹਦੇ ਵਿੱਚ ਸਾਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਬੁਲਾ ਤਾਂ ਲਿਆ ਜਾਂਦਾ, ਤਾਂ ਪਰ ਉਹਦੇ ਵਿੱਚ ਜਦੋਂ ਮੈਂ ਪੁੱਛਦਾ ਵੀ ਇਹ ਕਿਉਂ, ਕਿੰਨਾ ਚਿਰ ਅਸੀਂ ਸਮਾਜ ਵਿੱਚ ਡਰਾਮਾ ਚਲਾਉਂਦੇ ਰਵਾਂਗੇ? ਹਾਂਜੀ, ਡਫਲੀ ਆਪਣੀ ਆਪਣੀ ਵਜਾਉਣੀ ਹੈ ਤੇ ਗੱਲ ਕਰਨੀ ਹੈ ਵੀ ਅਸੀਂ ਸਮਾਜ ਦੇ ਭਲੇ ਦੀ ਸੋਚ ਰੱਖਦੇ ਹਾਂ। ਹਾਲਾਂਕਿ ਬਾਹਰ ਦੇ ਕੱਪੜੇ ਤੱਕ ਅਸੀਂ ਦੂਸਰਿਆਂ ਦੇ ਬਰਦਾਸ਼ਤ ਨਹੀਂ ਕਰਦੇ, ਉਹਨਾਂ ਦੇ ਪਾਏ ਹੋਏ ਚਿੰਨ੍ਹ ਬਰਦਾਸ਼ਤ ਨਹੀਂ ਕਰਦੇ, ਪਰ ਸਾਬਿਤ ਕੀਤਾ ਜਾਂਦਾ ਕਿ ਸਾਡਾ ਜਿਹੜੇ ਭਗਵਾਨ ਸਨ, ਸਾਡੇ ਜਿਹੜੇ ਉਹ ਗੁਰੂ ਪੀਰ ਸਨ ਜਾਂ ਕੋਈ ਵੀ ਸਨ, ਜਿਨ੍ਹਾਂ ਦੇ XYZ ਦੀ ਗੱਲ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਸਮਾਜ ਦੇ ਭਲੇ ਦੀ ਗੱਲ ਕੀਤੀ। ਪਰ ਜਦੋਂ ਉਹਨਾਂ ਨੂੰ ਅਸੀਂ ਵਿਸ਼ਵ ਪੱਧਰ ਤੇ ਰੱਖ ਕੇ, ਭਾਵੇਂ ਉਹ ਸਿੱਖ ਧਰਮ ਦੀ ਗੱਲ ਹੋਵੇ, ਭਾਵੇਂ ਹਿੰਦੂਇਜ਼ਮ ਦੀ ਗੱਲ ਹੋਵੇ, ਭਾਵੇਂ ਇਸਲਾਮ ਦੀ ਗੱਲ ਹੋਵੇ, ਈਸਾਈਅਤ ਦੀ ਵੀ ਈਵਨ ਕਿ ਗੱਲ ਹੋਵੇ, ਉਹ ਖੁਦ ਆਪਸ ਦੇ ਵਿੱਚ ਹੀ ਇੰਨਾ ਟੁਕੜਿਆਂ ਦੇ ਵਿੱਚ ਅਸੀਂ ਵੰਡੇ ਹੋਏ ਆ ਕਿ ਸਾਨੂੰ ਜਿਹੜਾ ਹਿਊਮਨ ਬੀਇੰਗ ਵਾਲਾ ਕੰਸੈਪਟ ਹੈ ਉਹ ਕਦੇ ਸਮਝ ਏਦਾਂ ਨਹੀਂ ਆ ਸਕਦਾ ਜੇ ਆਪਾਂ ਇਹਨੂੰ ਸਮਝੀਏ। ਅਸਲ 'ਚ ਨਾ ਹਰੇਕ ਬੰਦਾ ਆਪਣੀ ਸੋਚ ਨੂੰ ਧਰਮ ਦਾ ਲੈਬਲ ਲਾ ਕੇ ਦੂਜਿਆਂ ਤੇ ਥੋਪਣਾ ਚਾਹੁੰਦਾ। ਸੋਚ ਉਹਦੀ ਆਪਣੀ ਹੁੰਦੀ, ਉਹਨੂੰ ਧਰਮ ਬਾਰੇ ਬਹੁਤਾ ਪਤਾ ਨਹੀਂ ਹੁੰਦਾ ਹਰੇਕ ਬੰਦੇ ਨੂੰ। ਬਿਲਕੁਲ ਜੀ, ਸਹੀ ਕਹਿ ਰਹੇ ਹੋ ਜੀ ਤੁਸੀਂ। ਆਪਾਂ ਅੱਗੇ ਵਧਦੇ ਹਾਂ ਜੀ, ਥੋੜਾ ਜਿਹਾ ਆਪਣੇ ਸਮੇਂ ਨੂੰ ਵੀ ਸੰਕੋਚਦੇ ਹਾਂ। ਇਹਦੇ ਵਿੱਚ ਜਿਹੜਾ ਇਹ ਸ਼ਬਦ ਦਿੱਤਾ ਗਿਆ ਕਿ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ, ਔਰ ਨਾਲ ਗੱਲ ਕੀਤੀ ਗਈ ਕਿ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ। ਹੁਣ ਇੱਥੇ ਵੀ ਥਰਡ ਸ਼ਕਤੀਆਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਂਦਾ ਕਿ ਪਤਾ ਨਹੀਂ ਜਿਹਨੇ ਵਾੜੀ ਲਾਤੀ ਜੀ ਆਪੇ ਰਖਵਾਲਾ ਜੀ। ਹਾਲਾਂਕਿ ਚੱਲਦਾ ਤਾਂ ਸਿਸਟਮ ਪਿਆ, ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ ਹੈ, ਔਰ ਆਪੇ ਚੱਲ ਰਿਹਾ ਹੈ। ਇਹ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ? ਸਮਝ ਵਿੱਚ ਆਉਂਦਾ ਵੀ ਰੋਜ਼ ਕੁਛ ਨਵਾਂ ਹੋ ਰਿਹਾ, ਰੋਜ਼ ਸਾਨੂੰ ਜਿਵੇਂ ਜਿਵੇਂ ਤਜਰਬੇ ਵੱਧਦੇ ਗਏ ਆ, ਇਨਸਾਨ ਤਰੱਕੀ ਕਰਦਾ ਗਿਆ। ਕਿਤੇ ਅਸੀਂ ਜੰਗਲਾਂ 'ਚ ਰਹਿੰਦੇ ਸੀ, ਪਿੰਡਾਂ 'ਚ ਆ ਗਏ ਆ, ਸ਼ਹਿਰਾਂ 'ਚ ਵਸ ਗਏ ਆ, ਤਕਨੀਕਾਂ ਵੱਧ ਰਹੀਆਂ ਨੇ, ਟੈਕਨੀਕਲੀ ਵੱਧ ਰਹੇ ਆ, ਬਹੁਤ ਕੁਛ ਅੱਗੇ ਨੂੰ ਵੱਧ ਰਹੇ ਆ। ਇਸ ਤੋਂ ਸਿਵਾ ਸਾਨੂੰ ਜ਼ਿਆਦਾ ਧਿਆਨ ਜਿਹੜਾ ਹੈਗਾ ਉਹ ਆਪਣੀ ਸੋਚ ਨੂੰ ਵਿਕਸਿਤ ਕਰਨ ਲਈ ਦੇਣਾ ਚਾਹੀਦਾ। ਅਗਲੀ ਗੱਲ ਜੀ, ਕਹਿੰਦੇ ਬਾਬਾ ਜੀ ਜਦੋਂ ਤਬ ਬਾਬਾ ਅਚਲ ਵਟਾਲੇ ਸਡਿਆਲੇ ਸੈਦਪੁਰ ਜਾਏ ਨਿਕਲੇ, ਔਰ ਗੱਲ ਕੀਤੀ ਕਹਿੰਦੇ ਜਿਹੜੇ ਸੈਦਪੁਰ ਦੇ ਫਕੀਰਾਂ ਸਮੇਤ ਜਿਹੜੇ ਘਰ ਘਰ ਉਹਨਾਂ ਦੇ ਗਏ, ਔਰ ਕਿਸੇ ਨੇ ਖਾਣਾ ਨਾ ਦਿੱਤਾ ਜਾਂ ਗੱਲਬਾਤ ਵੀ ਨਾ ਕੀਤੀ, ਭਾਵ ਦੁਰਕਾਰਿਆ ਗਿਆ, ਤਾਂ ਤਬ ਬਾਬੇ ਨੇ ਵਿਆਕੁਲ ਹੋ ਕੇ ਸ਼ਬਦ ਉਚਾਰਿਆ, ਕਹਿੰਦੇ ਤੁਹਾਡਾ ਇੱਕ ਤਾਂ ਗੱਲਬਾਤ ਕੀਤੀ ਉਹਨਾਂ ਨੇ ਵੀ, ਤੁਹਾਡਾ ਕਦੇ ਭਲਾ ਨਹੀਂ ਹੋ ਸਕਦਾ, ਤੁਸੀਂ ਹਮੇਸ਼ਾ ਬਰਬਾਦੀ ਦੇ ਰਾਹ ਪਏ ਰਹੋਗੇ। ਔਰ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਵਾਲਾ ਸ਼ਬਦ ਜਿਹੜਾ ਉੱਥੇ ਵਿਆਕੁਲ ਹੋ ਕੇ ਉਚਾਰਿਆ। ਬਾਪੂ ਜੀ ਇਸ ਸ਼ਬਦ ਦਾ ਸੰਕੇਤ ਹਾਲਾਂਕਿ ਟੋਟਲੀ ਜਿਹੜਾ ਅੱਜ ਤੱਕ ਆਪਾਂ ਕਿਸ ਹੋਰ ਢੰਗ ਨਾਲ ਸਮਝਦੇ ਆਏ ਆ, ਉਹ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ ਵੀ ਜਿਹੜਾ ਖੁਦ ਰੋਟੀ ਨਾ ਮਿਲਣ ਤੇ ਵਿਆਕੁਲ ਹੁੰਦਾ ਹੈ, ਉਹਨੂੰ ਅਸੀਂ ਭਗਵਾਨ ਦਾ ਦਰਜਾ ਦੇ ਸਕਦੇ ਹਾਂ ਕਿ ਗੁਰੂ ਪਾਤਸ਼ਾਹ ਦੇ ਜੀਵਨ ਨੂੰ ਅਸੀਂ ਐਸ ਪੱਧਰ ਤੇ ਲਿਆ ਕੇ ਹੁਣ ਟਿਕਾਵਾਂਗੇ? ਇਹਦੇ ਬਾਰੇ ਬਾਪੂ ਜੀ ਕੁਝ ਚਾਨਣਾ ਪਾਇਓ ਜੀ।
ਅਸੀਂ ਅੱਜ ਤੱਕ ਵਿਗਿਆਨਕ ਪੱਖ ਤੋਂ ਪੜ੍ਹਿਆ ਹੀ ਨਹੀਂ। ਅਸਲ 'ਚ ਕਿਤਾਬਾਂ ਪੜ੍ਹਨ ਦੀ ਰੁਚੀ ਹੀ ਪੈਦਾ ਨਹੀਂ ਕੀਤੀ। ਬਹੁਤ ਸਾਰੀਆਂ ਮੈਂ ਕਿਤਾਬਾਂ ਸਮਝਦਾ ਕਿ ਗਲਤ ਵੀ ਹੈਗੀਆਂ ਨੇ, ਪਰ ਗਲਤ ਦੇ ਵਿੱਚੋਂ ਸਾਰਾ ਕੁਝ ਆਪਾਂ ਨੇ ਚੰਗੀਆਂ ਚੀਜ਼ਾਂ ਲੈਣੀਆਂ ਨੇ ਤੇ ਆਪਣਾ ਮਾਨਸਿਕ ਵਿਕਾਸ ਕਰਨਾ ਹੈ ਕਿ ਕਿੱਥੇ ਚੰਗਾ ਹੈ ਕਿੱਥੇ ਮਾੜਾ ਹੈ, ਕਿਉਂਕਿ ਅਸੀਂ ਬੇਵਸ ਹਾਂ, ਹੋਰ ਕੋਈ ਸਾਡੇ ਕੋਲ ਇਤਿਹਾਸ ਸਾਹਿਤ ਨਹੀਂ ਹੈ ਜੀ। ਤੇ ਜਿਹੜਾ ਗੁਰੂ ਨਾਨਕ ਸਾਹਿਬ ਗਏ ਨੇ ਮੱਕੇ ਦੀ ਯਾਤਰਾ ਤੇ, ਉੱਥੇ ਉਹ ਬਾਬਰ ਦੀ ਫੌਜ ਨੂੰ ਆਉਂਦੇ ਜਾਂਦੇ ਤਿਆਰ ਹੁੰਦੀ ਵੇਖਦੇ ਰਹੇ ਨੇ ਕਿ ਥਾਂ ਥਾਂ ਤੇ ਉਹਨਾਂ ਨੂੰ ਸੁਨੇਹੇ ਭੇਜੇ ਗਏ ਲੋਕਾਂ ਨੂੰ ਕਿ ਭਾਰਤ ਦੇ ਉੱਤੇ ਬਹੁਤ ਵੱਡਾ ਹਮਲਾ ਕਰਨ ਵਾਸਤੇ ਸਿਪਾਹੀਆਂ ਦੀ ਲੋੜ ਹੈ, ਅੰਨਦਾਣੇ ਦੀ ਲੋੜ ਹੈ, ਕੱਪੜੇ ਲੀੜੇ ਦੀ ਲੋੜ ਹੈ, ਘੋੜਿਆਂ ਦੀ ਲੋੜ ਹੈ। ਤੇ ਇਸ ਤਰ੍ਹਾਂ ਤੁਸੀਂ ਆਪਣਾ ਜੇ ਸਾਰਾ ਕੁਝ ਸਾਨੂੰ ਦਿਓਗੇ ਤਾਂ ਉਹਦੇ ਵੱਟੇ ਤੁਹਾਨੂੰ ਉੱਥੋਂ ਬਹੁਤ ਕੁਝ ਦੇਵਾਂਗੇ, ਲੁੱਟ ਕਰਕੇ ਲਿਆਵਾਂਗੇ, ਬਹੁਤ ਸਾਰਾ ਸੋਨਾ ਚਾਂਦੀ ਵੀ, ਅੰਨਦਾਣਾ ਵੀ ਜਿਹੜਾ ਅਸੀਂ ਚੁੱਕ ਕੇ ਲਿਆ ਸਕੇ, ਤੇ ਹੋ ਸਕਦਾ ਸੋਹਣੀਆਂ ਕੁੜੀਆਂ ਵੀ ਅਸੀਂ ਨਾਲ ਲੈ ਆਈਏ। ਤੇ ਉਹ ਇਸ ਤਰ੍ਹਾਂ ਦੇ ਡੌਂਡੀਆਂ ਪਿੱਟੀਆਂ ਜਾ ਰਹੀਆਂ ਸੀ ਤੇ ਥਾਂ ਥਾਂ ਤੇ ਨੌਜਵਾਨਾਂ ਦੀਆਂ ਟੁਕੜੀਆਂ ਤਿਆਰ ਕੀਤੀਆਂ ਜਾ ਰਹੀਆਂ ਸੀ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਇਹ ਸਾਰਾ ਕੁਝ ਆਪਣੀ ਮੱਕੇ ਦੀ ਯਾਤਰਾ ਦੇ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਘਟਨਾਵਾਂ ਵੇਖੀਆਂ। ਅਸਲ ਦੇ ਵਿੱਚ ਉਹ ਘਟਨਾਵਾਂ ਵੇਖ ਕੇ ਉਹਨਾਂ ਨੂੰ ਪਤਾ ਸੀ ਕਿ ਹਮਲਾ ਹੋਣ ਵਾਲਾ, ਤਿਆਰੀ ਹੋ ਰਹੀ ਹੈ, ਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਆ ਕੇ ਥਾਂ ਥਾਂ ਤੇ ਸੁਚੇਤ ਕਰਨ ਦਾ ਯਤਨ ਕੀਤਾ ਸੀ ਕਿ ਤੁਸੀਂ ਤਿਆਰ ਹੋਵੋ, ਨਹੀਂ ਤਾਂ ਤੁਹਾਡੇ ਤੇ ਬਹੁਤ ਵੱਡਾ ਹਮਲਾ ਹੋਣਾ ਹੈ। ਮੁਗਲਾਂ ਜਿਹੜੇ ਪਹਿਲਾਂ ਇੱਥੇ ਰਾਜ ਕਰ ਰਹੇ ਸੀ ਪਠਾਨ, ਉਹਨਾਂ ਨੂੰ ਵੀ, ਹਿੰਦੂਆਂ ਨੂੰ ਵੀ, ਬ੍ਰਾਹਮਣਾਂ ਨੂੰ, ਖੱਤਰੀਆਂ ਨੂੰ, ਸਾਰਿਆਂ ਨੂੰ ਇਹ ਗੱਲਾਂ ਉਹਨਾਂ ਨੇ ਸਮਝਾਈਆਂ, ਪਰ ਕਿਸੇ ਦੇ ਖਾਨੇ 'ਚ ਨਾ ਗਈ। ਗੱਲ ਤਾਂ ਇਹ ਸੀ ਕਿ ਗੁਰੂ ਨਾਨਕ ਸਾਹਿਬ ਪਹਿਲਾਂ ਹੋਕਾ ਦੇ ਰਹੇ ਨੇ ਕਿ ਭਾਈ ਮੈਂ ਤੁਹਾਨੂੰ ਦੱਸ ਰਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਲੋਕੋ ਧਿਆਨ ਨਾਲ ਸੁਣ ਲਓ, ਇਹ ਭਾਣਾ ਵਾਪਰ ਰਿਹਾ, ਮੈਂ ਵੇਖ ਕੇ ਆਇਆ। ਪਾਪ ਕੀ ਜੰਜਲ ਹੈ ਕਾਬਲੋਂ ਧਾਇਆ, ਜੋਰੀ ਮੰਗਾ ਦਾਨਵੇ ਲਾ ਲਓ। ਤੁਹਾਡਾ ਕੱਖ ਨਹੀਂ ਰਹਿਣਾ, ਜੋਰੀ ਜਬਰੀ ਸਾਰਾ ਕੁਝ ਖੋਹ ਕੇ ਲੈ ਜਾਣਾ ਤੇ ਇੱਥੇ ਤੁਹਾਡੀਆਂ ਨੂੰਹਾਂ ਧੀਆਂ ਵੀ ਮਹਿਫੂਜ਼ ਨਹੀਂ ਰਹਿ ਸਕਣਗੀਆਂ। ਇਹਨਾਂ ਗੱਲਾਂ ਦੀ ਥਾਂ ਤੇ ਉੱਥੇ ਇਹ ਸਾਖੀ ਦੇ ਵਿੱਚ ਲਿਖਿਆ ਹੋਇਆ ਸ਼ਬਦ ਇਹ ਲੰਮਾ ਹੈ, ਮੈਂ ਇਹਦੇ ਹੋਰ ਥਾਂ ਤੇ ਅਰਥ ਕਰਕੇ ਵੀ ਪਾਏ ਹੋਏ ਨੇ ਫੇਸਬੁੱਕ ਤੇ ਜੀ। ਤਾਂ ਇੱਥੇ ਇਹਨਾਂ ਨੇ ਕੀ ਕਹਾਣੀ ਬਣਾਈ ਹੈ ਸਾਖੀਕਾਰ ਨੇ ਕਿ ਜਦੋਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਨਾ ਕਰੀ, ਖਾਣਾ ਨਾ ਦਿੱਤਾ ਤੇ ਉਹ ਬਹੁਤ ਮਾਯੂਸ ਹੋਏ ਤੇ ਸਾਰੇ ਉਹਨੇ ਇਹ ਸਰਾਪ ਦੇ ਦਿੱਤਾ ਸੈਦਪੁਰ ਨੂੰ ਕਿ ਤੁਸੀਂ ਸਭ ਬਰਬਾਦ ਹੋ ਜਾਓਗੇ, ਮਾਰੇ ਜਾਓਗੇ। ਫਿਰ ਇੱਕ ਬ੍ਰਾਹਮਣ ਗੁਰੂ ਨਾਨਕ ਸਾਹਿਬ ਕੋਲੇ ਆਇਆ, ਉਹਨੇ ਆਪਣੇ ਇੱਕ ਸੁੱਕੇ ਮੇਵਿਆਂ ਦੀ ਟੋਕਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ ਕਿ ਮੈਂ ਤਾਂ ਤੁਹਾਡੀ ਸੇਵਾ ਕਰ ਰਿਹਾ ਤੇ ਤੁਸੀਂ ਮੈਨੂੰ ਤਾਂ ਸਰਾਪ ਤੋਂ ਬਚਾ ਲਓ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਤੇਰੇ ਤੇ ਖੁਸ਼ ਹਾਂ, ਤੂੰ ਐ ਕਰ ਇੱਥੋਂ 10 ਮੀਲ ਦੂਰ ਆਪਣੇ ਪਰਿਵਾਰ ਨੂੰ ਲੈ ਕੇ ਜਾ ਕੇ ਲੁਕ ਜਾ, ਤੂੰ ਬਚ ਜਾਵੇਂਗਾ। ਇਹ ਤਾਂ ਸਾਰਾ ਜਿਹੜਾ ਸੈਦਪੁਰ ਹੈ ਇਹਨੇ ਤਾਂ ਬਰਬਾਦ ਹੋਣਾ ਹੀ ਹੋਣਾ। ਇਹ ਜਿਹੜਾ ਸੈਦਪੁਰ ਬਰਬਾਦ ਹੋਇਆ ਗੁਰੂ ਨਾਨਕ ਸਾਹਿਬ ਦੇ ਸਰਾਪ ਨਾਲ ਬਰਬਾਦ ਹੋਇਆ। ਸਾਖੀਕਾਰ ਦੇ ਮੁਤਾਬਕ ਉਹ ਸ਼ਬਦਾਂ ਦੇ ਅਰਥ ਹੋਰ ਦੇ ਹੋਰ ਕੱਢੀ ਜਾ ਰਹੇ। ਬਿਲਕੁਲ ਜੀ। ਬਾਪੂ ਜੀ ਜਿਹੜੀ ਇੱਥੇ ਪੇਸ਼ੀਨ ਗੋਈ ਦੀ ਵੀ ਗੱਲ ਕੀਤੀ ਜਾਂਦੀ ਹੈ, ਕਹਿੰਦੇ ਬਾਬੇ ਨੇ ਬਹੁਤ ਜਿਹੜੀ ਉਹਦੀ ਦਿਵ ਦ੍ਰਿਸ਼ਟੀ ਸੀ, ਉਹਨਾਂ ਦੀ ਦੂਰ ਦ੍ਰਿਸ਼ਟੀ ਨੂੰ ਵੇਖ ਕੇ ਉਹਨਾਂ ਨੇ ਆਉਣ ਵਾਲੀਆਂ ਗੱਲਾਂ ਪਹਿਲਾਂ ਦੱਸ ਦਿੱਤੀਆਂ ਸੀ। ਜਦੋਂ ਇਹ ਮਾਫ ਕਰਨਾ ਭਾਵੇਂ ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਇਹਦਾ ਚਰਚਾ ਜਿਹੜਾ ਕੀਤਾ ਹੋਇਆ, ਜਦੋਂ ਕਹਿੰਦੇ ਨਾ ਆਮਨ 78 ਜਾਨ 97 ਹੋਰ ਪਿਉਟ ਸੀ ਮਰਦ ਕਾ ਚੇਲਾ, ਤੇ ਇਹ ਜਿਹੜਾ ਉਹ 1578 ਦੇ ਵਿੱਚ ਆਉਣਾ ਤੇ ਜਿਹੜਾ ਉਸ ਤੋਂ ਬਾਅਦ ਬਾਬਰ ਨੂੰ ਹਰਾ ਕੇ ਉਹ ਦੂਸਰਾ ਆਪਸੀ ਲੜਾਈਆਂ ਦਾ ਇਹ 97 ਦੇ ਵਿੱਚ ਜਾਣਾ, ਜਿਹਨੂੰ ਆਪਾਂ ਕਿ ਗੁਰੂ ਨਾਨਕ ਸਾਹਿਬ ਦੇ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਣਾ ਹੁੰਦਾ ਜਾਂ ਉਹਨਾਂ ਦਾ ਸਮਾਜ ਵਿੱਚੋਂ ਚਲੇ ਜਾਣਾ ਕਹੀਏ, ਉਸ ਤੋਂ ਬਾਅਦ ਦੀ ਜਿਹੜੀ ਘਟਨਾ ਹੈ ਕਹਿੰਦੇ ਉਹਦੇ ਬਾਰੇ ਵੀ ਗੁਰੂ ਨਾਨਕ ਪਹਿਲਾਂ ਲਿਖ ਗਏ ਸੀ, ਦੱਸ ਗਏ ਸੀ। ਹਾਲਾਂਕਿ ਜਿਸ ਢੰਗ ਨਾਲ ਆਪਾਂ ਇਹਨੂੰ ਲੈਂਦੇ ਹਾਂ ਕਿ ਤਿਆਰੀ ਹੋ ਰਹੀ ਹੈ ਇੱਥੇ ਸਮਾਜ ਨੂੰ ਲੁੱਟਣ ਦੇ ਲਈ, ਜਾਂ ਤੁਸੀਂ ਦੱਸਿਆ ਉਹ ਇੱਕ ਵਾਰੀ ਇਹਦਾ ਫੇਰ ਜਿਹੜਾ ਜੀ ਕਿਹਾ ਜਾਂਦਾ ਕਿ ਦੂਰ ਦ੍ਰਿਸ਼ਟੀ ਉਹਨਾਂ ਦੀ ਸੀ ਜੀ, ਉਹ ਤਾਂ ਜਾਣੀ ਜਾਣ ਸੀ ਜੀ, ਉਹ ਤਾਂ ਅੰਤਰਜਾਮੀ ਸਨ। ਇਹਦੇ ਬਾਰੇ ਵੀ ਥੋੜਾ ਚਰਚਾ ਕਰ ਦਿਓ ਜੀ। ਅੰਤਰਜਾਮੀ ਉਹ ਇਸੇ ਕਰਕੇ ਸੀ ਕਿਉਂਕਿ ਆਪਣੀਆਂ ਅੱਖਾਂ ਨਾਲ ਤਿਆਰੀ ਹੁੰਦੀ ਵੇਖ ਆਏ ਤੇ ਉਹਨਾਂ ਲੋਕਾਂ ਤੋਂ ਉਹ ਸੁਣ ਆਏ ਕਿ ਇਹ ਤਿਆਰੀ ਕਾਹਦੇ ਵਾਸਤੇ ਹੋ ਰਹੀ ਹੈ। ਕਹਿੰਦੇ ਅਸੀਂ ਭਾਰਤ ਤੇ ਹਮਲਾ ਕਰਨਾ ਹੈ, ਸਾਡੇ ਤਾਂ ਇੱਧਰ ਅੰਨਦਾਣਾ ਵੀ ਰਜਮਾ ਸਾਨੂੰ ਨਹੀਂ ਮਿਲਦਾ, ਕੱਪੜੇ ਲੀੜੇ ਦੀ ਵੀ ਤੋਟ ਹੈ, ਉਧਰ ਮੌਸਮ ਤੇ ਸੁਹਾਵਣਾ ਹੈ ਤੇ ਬਰਸਾਤਾਂ ਦਰਿਆ ਆਦਿਕ ਹੈਗੇ ਨੇ ਤੇ ਹਰੇਕ ਚੀਜ਼ ਖਾਣ ਪੀਣ ਪਹਿਨਣ ਨੂੰ ਉੱਥੋਂ ਮਿਲ ਜਾਂਦੀ ਹੈ, ਤੇ ਅਸੀਂ ਇਹ ਜਿਹੜੀ ਫੌਜ ਤਿਆਰ ਕਰ ਰਹੇ ਹਾਂ ਤੇ ਇਹਨਾਂ ਨੂੰ ਉਧਰ ਹੀ ਹਮਲਾ ਕਰਨ ਵਾਸਤੇ ਤਾਂ ਤਿਆਰੀ ਹੋ ਰਹੀ ਹੈ। ਉਹ ਭਵਿੱਖਬਾਣੀ ਇੱਥੋਂ ਦੇ ਲੋਕਾਂ ਵਾਸਤੇ ਭਵਿੱਖਬਾਣੀ ਸੀ, ਪਰ ਗੁਰੂ ਨਾਨਕ ਸਾਹਿਬ ਦਾ ਉੱਥੇ ਆਪ ਵੇਖ ਆਏ ਹੋਏ ਸੀ। ਤੇ ਇੱਕ ਦੂਜੀ ਗੱਲ ਹੈ, ਸਿਆਣਾ ਬੰਦਾ ਹਾਲਾਤ ਨੂੰ ਵੇਖ ਕੇ ਆਉਣ ਵਾਲੇ ਸਮੇਂ ਬਾਰੇ ਅੰਦਾਜ਼ਾ ਲਾ ਲੈਂਦਾ ਹੈ ਕਿ ਭਾਈ ਇਹ ਘਟਨਾ ਵਾਪਰ ਜਾਵੇਗੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਬਹੁਤਾ ਖਾਣ ਦੇ ਨਾਲ ਤੈਨੂੰ ਬਿਮਾਰੀ ਲੱਗ ਜਾਣੀ ਹੈ, ਹੁਣ ਇਹ ਭਵਿੱਖਬਾਣੀ ਸੱਚੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਆਪਣੇ ਇਹਦੇ ਖਾਣ ਪੀਣ ਤੇ ਬੰਦੇ ਦੇ ਕੰਟਰੋਲ ਨਹੀਂ ਹੈ, ਇਹ ਨਸ਼ੇ ਕਰ ਰਿਹਾ ਹੈ, ਇਹ ਤਲੀਆਂ ਚੀਜ਼ਾਂ ਖਾ ਰਿਹਾ ਹੈ, ਹੋਰ ਕਈ ਤਰ੍ਹਾਂ ਦੀਆਂ ਗਲਤ ਚੀਜ਼ਾਂ ਖਾ ਪੀ ਰਿਹਾ, ਤੇ ਉਹਦਾ ਸਿਹਤ ਤਾਂ ਬਰਬਾਦ ਹੋਣੀ ਹੈ। ਇਹਨੂੰ ਕਹਦੇ ਵੀ ਤੂੰ ਤਾਂ ਜੋਤਸ਼ੀ ਹੈ, ਤੂੰ ਤਾਂ ਕਮਾਲ ਕਰ ਦਿੱਤੀ, ਭਵਿੱਖ ਦਾ ਤੈਨੂੰ ਕਿਵੇਂ ਪਤਾ ਲੱਗ ਗਿਆ। ਸਿਆਣੇ ਬੰਦੇ ਨੂੰ ਆਉਣ ਵਾਲੇ ਸਮੇਂ ਬਾਰੇ ਉੱਥੋਂ ਦੇ
ਹਾਲਾਤ ਵੇਖ ਕੇ ਬਹੁਤ ਚੀਜ਼ਾਂ ਦਾ ਪਤਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਤਾਂ ਆਪ ਉੱਥੇ ਅੱਖੀਂ ਵੇਖਿਆ ਸੀ ਤੇ ਇੱਥੋਂ ਦੇ ਲੋਕਾਂ ਦੀ ਜਿਹੜੀ ਹਾਲਤ ਸੀ ਕਿ ਕਿਵੇਂ ਅਯਾਸ ਬਣ ਚੁੱਕੇ ਨੇ, ਰਾਜੇ ਵਗੈਰਾ, ਇਹਨਾਂ ਸ਼ਬਦਾਂ 'ਚ ਸਾਰਾ ਕੁਝ ਦਰਜ ਹੈ। ਰਾਜੇ ਅਯਾਸ ਬਣ ਗਏ, ਲੋਕੀ ਮੂਰਖ ਨੇ ਤੇ ਇਹਨਾਂ ਨੂੰ ਪਤਾ ਕਿਸੇ ਚੀਜ਼ ਦਾ ਨਹੀਂ, ਟੁਕੜਿਆਂ 'ਚ ਵੰਡੇ ਹੋਏ ਨੇ। ਬ੍ਰਾਹਮਣ ਹੈ, ਇਹ ਆਪਣਾ ਹੁਕਮ ਚਲਾ ਰਿਹਾ, ਪੂਜਾ ਕਰਵਾ ਰਿਹਾ। ਖੱਤਰੀ ਥੋੜੇ ਜਿਹੇ ਨੇ, ਉਹ ਵੀ ਅਯਾਸੀ 'ਚ ਪਏ ਹੋਏ ਨੇ ਤੇ ਬਾਕੀ ਬਾਣੀਆਂ ਆਪਣੀ ਦੁਕਾਨ ਕਰ ਰਿਹਾ, ਵਪਾਰ ਕਰ ਰਿਹਾ। ਸ਼ੂਦਰ ਹੈ, ਉਹਦੀ ਕਿਤੇ ਸੱਦ ਪੁੱਛੀ ਨਹੀਂ ਹੈ। ਭਾਵੇਂ ਇੱਥੋਂ ਤੱਕ ਵੀ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਜਦੋਂ ਬਾਬਰ ਜਾਂ ਹੋਰ ਹਮਲਾਵਰ ਦੇਸ਼ 'ਚ ਆਉਂਦੇ ਸੀ, ਉਹਨਾਂ ਦੇ ਕੋਲੋਂ ਦੀ ਫੌਜਾਂ ਲੰਘੀ ਜਾਂਦੀਆਂ ਸੀ, ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਕਿ ਫੌਜ ਕਿੱਥੋਂ ਆਈ ਹੈ, ਕਿੱਥੇ ਜਾਵੇਗੀ। ਉਹਨੂੰ ਭਾਵੇਂ ਫੌਜ ਮਾਰ ਦਿੰਦੀ ਸੀ, ਭਾਵੇਂ ਛੱਡ ਦਿੰਦੀ ਸੀ, ਪਰ ਉਹਨੂੰ ਕੋਈ ਮਤਲਬ ਨਹੀਂ ਸੀ। ਉਹ ਤਾਂ ਆਪਣੇ ਕੰਮ ਤੇ ਲੱਗਿਆ ਹੈ, ਕਿਉਂਕਿ ਲੜਾਈ ਲੜਨੀ ਬਾਹਮਣ ਨੇ ਕੇਵਲ ਖੱਤਰੀ ਵਾਸਤੇ ਨਿਸ਼ਚਿਤ ਕੀਤੀ ਹੋਈ ਸੀ ਤੇ ਬਾਕੀ ਲੋਕ ਆਰਾਮ ਨਾਲ ਸੁੱਤੇ ਹੋਏ ਸੀ, ਭਾਵੇਂ ਲੁੱਟੇ ਜਾਣ ਤੇ ਭਾਵੇਂ ਉਹ ਜਿਉਂਦੇ ਰਹਿ ਜਾਣ। ਬਿਲਕੁਲ, ਉਹਨਾਂ ਨੂੰ ਆਪਣਾ ਜਿਹੜਾ ਹੈਗਾ ਇੱਕ ਸਪੈਸ਼ਲ ਜਿਹੜਾ ਖੱਤਰੀ ਜ਼ੋਨ ਹੈ ਨਾ, ਜਿਵੇਂ ਆਪਾਂ ਜ਼ੋਨ ਦੇ ਵਿੱਚ ਵੰਡਦੀ ਹੈ ਉਹਨਾਂ ਨੂੰ 4 ਜ਼ੋਨ ਦੇ ਵਿੱਚ, ਉਹਨਾਂ ਨੂੰ ਏਦਾਂ ਸੀਗਾ ਵੀ ਇਹ ਤਾਂ ਮੇਰਾ ਕੰਮ ਹੀ ਨਹੀਂ ਹੈਗਾ, ਇਹ ਮੈਂ ਕਿਉਂ ਕਰ ਸਕਦਾ। ਜਦੋਂ ਉਹ ਬੰਦੇ ਤਾਂ ਫਿਰ ਖੁਦ ਲੁੱਟੇ ਹੀ ਜਾਣਗੇ, ਜਿਨ੍ਹਾਂ ਬੰਦਿਆਂ ਨੂੰ ਇੰਨਾ ਵੀ ਨਹੀਂ ਪਤਾ ਲੱਗ ਰਿਹਾ। ਤਾਂ ਇਸ ਸ਼ਬਦ ਬਾਰੇ ਹੋਰ ਵੀ ਜੇਕਰ ਸਰੋਤਿਓ ਤੁਸੀਂ ਪੜਚੋਲ ਕਰਨੀ ਹੋਵੇ ਤਾਂ ਤੁਸੀਂ ਜਿਹੜਾ ਹੈਗਾ, ਜਿਹਨੂੰ ਇਹ ਬਾਬਰ ਬਾਣੀ ਦੇ ਤਹਿਤ ਵੀ ਗੱਲਬਾਤ ਕੀਤੀ ਜਾਂਦੀ ਹੈ, ਜਦੋਂ ਵੀ ਕੀਤੀ ਜਾਂਦੀ ਹੈ। ਔਰ ਇਹ ਵੈਸੇ ਘਟਨਾ ਜਿਹੜੀਆਂ ਹੈਗੀਆਂ ਜਿਵੇਂ 1522 ਦੇ ਕਰੀਬ ਦੀਆਂ ਹੈਗੀਆਂ, ਜਦੋਂ ਇੱਥੇ ਹਮਲੇ ਦੀ ਗੱਲਬਾਤ ਕੀਤੀ ਜਾਂਦੀ ਹੈ। ਔਰ 1540 ਦੇ ਵਿੱਚ ਗੁਰੂ ਪਾਤਸ਼ਾਹ ਦੇ 39 ਚੋਂ ਚਲੇ ਜਾਂਦੇ ਆ ਤੇ 40 ਦੇ ਵਿੱਚ ਇਹ ਜਿਹੜਾ ਬਾਬਰ ਨੂੰ ਵੀ ਹਰਾ ਕੇ ਇੱਥੇ ਸ਼ੇਰਸ਼ਾਹ ਸੂਰੀ ਵਰਗੇ ਆਉਂਦੇ ਆ ਔਰ ਜਿੱਤ ਪ੍ਰਾਪਤ ਕਰਦੇ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਬਾਰੇ ਚਰਚਾ ਦੇ ਵਿੱਚ ਲਿਆਂਦੀਆਂ ਜਾਂਦੀਆਂ। ਅਗਲੀ ਗੱਲ ਮੈਂ ਅਗਲੀ ਜਿਹੜੀ ਗੱਲ ਥੋੜੀ ਜਿਹੀ ਰਹਿ ਗਈ ਇੱਕ, ਆਪਾਂ ਵੀ ਹਮਾਯੂ ਹੈ ਉਹ ਪਹਿਲਾਂ ਮਰ ਗਿਆ ਸੀ ਨਾ, ਸ਼ੇਰਸ਼ਾਹ ਸੂਰੀ ਪਹਿਲਾਂ ਮਰ ਗਿਆ ਸੀ ਤੇ ਉਹ ਫਿਰ ਉਹ ਮਰਿਆ 40 ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਚਲੇ ਗਏ, ਜੋਤੀ ਜੋਤ ਸਮਾ ਗਏ ਨੇ 39 ਚ, 1539 ਚ। ਉਹ ਫਿਰ ਲੋਕੀ ਕਹਿੰਦੇ ਨੇ ਵੀ ਉਹ ਤਾਂ ਘਟਨਾ ਤਾਂ ਠੀਕ ਨਹੀਂ ਆਈ ਹੈ, ਤਾਂ ਪਹਿਲਾਂ ਐ ਕਿਵੇਂ ਹੋ ਗਿਆ ਇਹ ਕੰਮ। ਬਿਲਕੁਲ ਹਾਂ, ਉੱਥੇ ਮੈਂ ਦੱਸਣਾ ਚਾਹੁੰਦਾ, ਮੈਂ ਇਹਨੂੰ ਥੋੜਾ ਜਿਹਾ ਹੋਰ ਮੋੜਾ ਦਿੱਤਾ ਹੈ ਜਿਹੜਾ ਕਿ ਸਾਡੇ ਸਮਾਜ ਵਾਸਤੇ ਫਾਇਦੇਮੰਦ ਹੋਵੇਗਾ। ਉਹ ਇਹ ਹੈ ਕਿ 78 ਤੋਂ ਲੈ ਕੇ 97 ਤੱਕ ਕਦੀ ਸੋਚ ਕੇ ਦੇਖੋ, ਲਗਭਗ 20-22 ਸਾਲ ਦੀ 25 ਸਾਲ ਦੀ ਉਮਰ ਬਣਦੀ ਹੈ। ਜੇ ਨੌਜਵਾਨ ਜਿਹੜਾ ਅੱਜ ਜੰਮੇ ਹੈ ਤੇ ਉਹਨੇ ਆਉਣ ਵਾਲੇ 20-22 ਸਾਲਾਂ ਦੇ ਵਿੱਚ ਜਵਾਨ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਮਰਦ ਦੇ ਚੇਲੇ ਬਣੋ ਤੇ ਤੁਸੀਂ ਬਹਾਦਰ ਬਣੋ, ਤੁਸੀਂ ਸਿਖਲਾਈ ਲਓ। ਇੱਥੋਂ ਦੇ ਜਿਹੜੇ ਪੈਦਾ ਹੋਏ ਮਰਦ ਦੇ ਚੇਲੇ ਇਹੋ ਜਿਹੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਸਕਣਗੇ, ਆਪਣੇ ਲੋਕਾਂ ਦੀ ਰਾਖੀ ਕਰ ਸਕਣਗੇ। ਇਹ ਉਹਨਾਂ ਜਿਹੜਾ ਬਾਹਰ ਦੇ ਲੋਕਾਂ ਦੀ ਗੱਲ ਹੈ ਉਹਨਾਂ ਦੀ ਉਨੀ ਨਹੀਂ ਹੋ ਰਹੀ। ਜੇ ਆਪਾਂ ਇਹਨੂੰ ਇੱਧਰ ਮੋੜਾਂਗੇ ਤਾਂ ਆਪਣੇ ਨੌਜਵਾਨਾਂ ਤੇ ਚੰਗਾ ਅਸਰ ਪਵੇਗਾ। ਆਪਣੇ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੋਣਾ, ਬਹਾਦਰ ਹੋਣਾ, ਚੰਗੇ ਸਿਆਣੇ ਬਣਨਾ, ਪਰਉਪਕਾਰੀ ਬਣਨਾ, ਉਹ ਗੁਣ ਪੈਦਾ ਕਰਨਗੇ। ਕਿ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ ਕਿ ਇੱਕ ਅੱਜ ਪੈਦਾ ਹੋਇਆ ਬੱਚਾ 20-25 ਸਾਲਾਂ ਤੱਕ ਜਵਾਨ ਹੋ ਕੇ ਬੱਬਰ ਸ਼ੇਰ ਮਰਦ ਬਣ ਜਾਵੇਗਾ ਤੇ ਆਪਣੇ ਦੇਸ਼ ਦੀ ਰਾਖੀ ਕਰ ਸਕੇਗਾ। ਬਿਲਕੁਲ ਜੀ, ਬਹੁਤ ਬਹੁਤ ਸੋਹਣਾ ਜਿਹੜਾ ਆਹ ਸੰਕਲਪ ਹੈਗਾ, ਇਹਨੂੰ ਜ਼ਰੂਰ ਆਪਣੇ ਹਿਰਦੇ ਵਸਾਇਓ। ਕਿਉਂਕਿ ਗੱਲ ਜਿਹੜੀ ਪਕੜ ਵਾਲੀ, ਹੁਣ ਇਹ ਬਹਾਦਰੀ ਤੋਂ ਹੀ ਨਾ ਲੈ ਲਿਓ ਵੀ ਇਕੱਲੇ ਡੰਡੇ ਚੱਕ ਲਈਏ, ਕਿਰਪਾਨਾਂ ਚੱਕ ਲਈਏ, ਕਦੇ ਕਿਸੇ ਦਾ ਸਿਰ ਫੋੜ ਦਈਏ, ਕਦੇ ਕਿਸੇ ਨਾਲ ਅਸੀਂ ਲੜ ਪਈਏ। ਇਹਦਾ ਇਹ ਮਤਲਬ ਨਹੀਂ ਹੈਗਾ। ਇਹਦਾ ਮਤਲਬ ਹੈਗਾ ਸਿਆਣੇ ਬਣਨ ਤੋਂ, ਮਰਦ ਬਣਨ ਤੋਂ, ਚੰਗੇ ਰਾਹ ਪੈਣ ਤੋਂ। ਔਰ ਅੱਗੇ ਜਿਹੜੀ ਗੱਲਬਾਤ ਹੈ ਜੀ, ਕਹਿੰਦੇ ਗੁਰੂ ਪਾਤਸ਼ਾਹ ਨੇ ਜਦੋਂ ਏਦਾਂ ਦਾ ਸਾਰਿਆਂ ਨੂੰ ਮੋੜ ਜਿਹੜਾ ਉਹਨਾਂ ਨੇ ਸੁਣਿਆ ਤੇ ਬਾਬਾ ਨਾਨਕ ਜੀ ਤੇ ਮਰਦਾਨਾ ਜੀ ਨੂੰ ਪਕੜ ਲਿਆ ਗਿਆ। ਜਦੋਂ ਸਿਪਾਹੀ ਬਾਬਰ ਦੇ ਪਕੜ ਲੈਂਦੇ ਆ, ਉਹਨਾਂ ਨੇ ਵੇਖਿਆ ਕਿ ਇਹ ਬੰਦਾ ਤਾਂ ਹੋਰ ਦੀਆਂ ਗੱਲਾਂ ਕਰਦਾ। ਨਾਲ ਸਾਖੀ ਵਾਲੇ ਨੇ ਇਹ ਵੀ ਲਿਖ ਦਿੱਤਾ ਕਿ ਬਾਬੇ ਦੇ ਸਿਰ ਤੇ ਉਹਨਾਂ ਨੇ ਪੰਡ ਰੱਖਤੀ, ਮਰਦਾਨੇ ਨੂੰ ਘੋੜਾ ਹੱਥ ਫੜਾ ਦਿੱਤਾ। ਔਰ ਜਿਹੜੀ ਅੱਗੇ ਹਾਸੋਹੀਣੀ ਗੱਲ ਲਿਖੀ ਹੈ, ਕਹਿੰਦੇ ਜਿਹੜੀ ਬਾਬੇ ਨਾਨਕ ਦੇ ਸਿਰ ਤੇ ਪੰਡ ਰੱਖੀ ਸੀ ਉਹ ਤਾਂ ਹਵਾ ਵਿੱਚ ਉੱਡਣ ਲੱਗੀ ਤੇ ਘੋੜਾ ਜਿਹੜਾ ਆਪੇ ਚੱਲਦਾ ਗਿਆ। ਔਰ ਬਾਬੇ ਨਾਨਕ ਨੇ ਫਿਰ ਨਾਲ ਸ਼ਬਦ ਵੀ ਉਚਾਰਿਆ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਬਾਪੂ ਜੀ ਇਹ ਜਿਹੜਾ ਸ਼ਬਦ ਹੈਗਾ ਇਹਦਾ ਕੋਈ ਮੇਰਾ ਖਿਆਲ ਲਾਗਾ ਦੇਗਾ ਨਹੀਂ ਇਸ ਨਾਲ, ਫਿਰ ਵੀ ਆਪ ਜੀ ਇਹਦੇ ਬਾਰੇ ਕੁਝ ਜਿਹੜਾ ਵਿਸਥਾਰ ਦੇ ਨਾਲ ਸੰਗਤਾਂ ਦੇ ਨਾਲ ਸਾਂਝਾ ਕਰੋ। ਇੱਥੇ ਇੱਕ ਤਾਂ ਜਿਹੜੀ ਕਮਾਲ ਦੀ ਗੱਲ ਹੈ, ਜਿਹੜੀ ਹੁਣ ਪਾਪ ਕੀ ਜੰਜਲ ਹੈ ਕਾਬਲੋਂ ਧਾਇਆ ਸ਼ਬਦ ਦੇ ਨਾਲ ਇਹਨਾਂ ਨੇ ਸਾਖੀਕਾਰਾਂ ਨੇ ਜੋੜੀ ਹੋਈ ਹੈ, ਜਿਹਦਾ ਕੋਈ ਲਾਗਾ ਦੇਗਾ ਇਹਦਾ ਵੀ ਨਹੀਂ ਹੈ। ਉਹ ਕੀ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਕਿ ਫਕੀਰ ਭਾਵੇਂ ਚੋਰ, ਠੱਗ, ਯਾਰ ਹੋਵੇ, ਕਾਤਲ ਹੋਵੇ, ਡਾਕੂ ਹੋਵੇ, ਪਰ ਉਹ ਜੇ ਫਕੀਰਾਂ ਵਾਲਾ ਬਾਣਾ ਉਹਨੇ ਪਾਇਆ ਹੋਇਆ ਤਾਂ ਕਦੀ ਉਹਨੂੰ ਮੰਦਾ ਨਹੀਂ ਬੋਲਣਾ ਤੇ ਉਹਦੀ ਸੇਵਾ ਕਰਨੀ ਹੈ, ਪਰ ਕੱਲਾ ਬਾਣਾ ਦੇਖ ਕੇ ਜੀ। ਤੇ ਹੁਣ ਹੈਰਾਨੀ ਹੁੰਦੀ ਆ, ਅੱਜ ਦੇ ਜਿਹੜੇ ਸਾਡੇ ਸਿੱਖ ਭਰਾ ਨੇ ਬਹੁਤ ਸਾਰੇ ਬਾਣੇ ਪਾਏ ਹੋਏ ਨੇ ਤੇ ਕਰਤੂਤਾਂ ਬੜੀਆਂ ਮੰਦੀਆਂ ਕਰਦੇ ਨੇ। ਇਹੋ ਜਿਹੀਆਂ ਸਾਖੀਆਂ ਦਾ ਸਹਾਰਾ ਲੈ ਕੇ ਵੀ ਦੇਖੋ ਜੀ, ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਬਾਣੇ ਤੇ ਕਿੰਤੂ ਪਰੰਤੂ ਨਹੀਂ ਕਰਨਾ। ਅਸੀਂ ਬਾਹਰੋਂ ਦਿਖਣ ਨੂੰ ਸਿੱਖ ਹਾਂ, ਅੰਦਰ ਭਾਵੇਂ ਸਾਡੇ ਜੋ ਮਰਜ਼ੀ ਹੋਵੇ। ਬਿਲਕੁਲ ਇਸੇ ਤਰ੍ਹਾਂ
ਇਹ ਜਿਹੜੀ ਤੁਸੀਂ ਹੁਣ ਸਵਾਲ ਕੀਤਾ ਸੀ, ਮੁੱਲ ਖਰੀਦੀ ਲਾਲਾ ਗੋਲਾ ਮੇਰਾ 9 ਸੁਭਾਗਾ, ਗੁਰ ਕੀ ਬਚਨੀ ਹੱਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਇਹਦਾ ਉਸ ਬਾਬਰ ਦੇ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਨੇ, ਇਹ ਸ਼ਬਦ ਦਾ ਉਹਦੇ ਨਾਲ ਕੋਈ ਸਰੋਕਾਰ ਸੰਬੰਧ ਨਹੀਂ ਹੈ, ਪਰ ਇਹ ਵੀ ਸਾਖੀਕਾਰ ਨੇ ਮੂਰਖਪਤਾ ਦੇ ਵਿੱਚ ਉਹਦੇ ਨਾਲ ਫਿੱਟ ਕਰ ਦਿੱਤੀ ਗਈ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਇੱਥੇ ਦੱਸਿਆ ਕਿ ਅਸੀਂ ਪ੍ਰਮਾਤਮਾ ਦੇ ਨਾਮ ਤੇ ਸਮਾਜ ਦੇ ਭਲੇ ਦੇ ਵਾਸਤੇ ਅਸੀਂ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਗੁਲਾਮ ਬਣਾਇਆ ਹੋਇਆ ਹੈ, ਅਸੀਂ ਇਹਨਾਂ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹਾਂ। ਗੱਲ ਤਾਂ ਇਸ ਪਾਸੇ ਸੀ ਕਿ ਸਮਾਜ ਦੇ ਭਲੇ ਵਾਸਤੇ ਜੋ ਕੁਝ ਮਰਜ਼ੀ ਕਰਨਾ ਪਵੇ ਅਸੀਂ ਉਹ ਕਰਾਂਗੇ। ਇਹਨਾਂ ਨੂੰ ਸਮਝ ਆਈ ਨਹੀਂ, ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਿਕਣ ਲਾ ਦਿੱਤਾ ਤੇ ਉਹਨਾਂ ਦੇ ਮੂੰਹੋਂ ਇਹ ਸ਼ਬਦ ਵੀ ਅਖਵਾ ਦਿੱਤੇ, ਗਲਤ ਮਲਤ ਅਰਥ ਵੀ ਕਰ ਦਿੱਤੇ ਤੇ ਸਾਨੂੰ ਸਮਾਜ ਨੂੰ ਪੂਰੇ ਨੂੰ ਕੁਰਾਹੇ ਵੀ ਇਹਨਾਂ ਨੇ ਪਾ ਦਿੱਤਾ। ਉਹ ਸ਼ਬਦ 4 ਨੇ ਜਿਹੜੇ ਉਹ ਬਾਬਰ ਨਾਲ ਸਿੱਧੇ ਸੰਬੰਧਿਤ ਨੇ ਤੇ ਬਾਕੀ ਹੋਰ ਘਟਨਾਵਾਂ ਵੱਖਰੀਆਂ ਨੇ ਜਿਹੜੀਆਂ ਵਾਪਰਦੀਆਂ ਨੇ। ਬਿਲਕੁਲ ਜੀ, ਮੈਂ ਇਹਦੇ ਵਿੱਚ ਇੱਕ ਗੱਲ ਇਨਕਲੂਡ ਕਰ ਦੇਣੀ ਚਾਹੁੰਦਾ ਆ, ਤੁਹਾਡੇ ਕੰਮ ਆਏਗੀ। ਅਸੀਂ ਕਈ ਵਾਰੀ ਸਾਡੇ ਕੋਈ ਰਿਸ਼ਤੇਦਾਰ ਆਉਂਦੇ ਆ, ਮਿੱਤਰ ਆਉਂਦੇ ਆ, ਅਸੀਂ ਇਹ ਸੋਚ ਲੈਂਦੇ ਆ। ਇੱਕ ਵਾਰੀ ਮੇਰੇ ਮਿੱਤਰ ਨੇ ਇਹ ਗੱਲ ਸੁਣਾਈ ਮੁੰਬਈ ਦੇ ਵਿੱਚ, ਕਹਿੰਦੇ ਕੋਈ ਸੱਜਣ ਆਇਆ ਹੋਇਆ ਸੀਗਾ ਘੁੰਮਣ ਤੇ ਕਮੇਟੀ ਵਾਲਿਆਂ ਨੇ ਉਸ ਗੁਰਦੁਆਰੇ ਦੇ ਗ੍ਰੰਥੀ ਨੂੰ ਕਹਿ ਦਿੱਤਾ ਵੀ ਵੀਰ ਜੀ ਇਹਨਾਂ ਨੂੰ ਘੁਮਾ ਦਿਓ, ਇਹ ਨਿਹੰਗ ਸਿੰਘ ਜੀ ਆਏ ਨੇ, ਨੰਦੇੜ ਤੋਂ ਆਏ ਨੇ ਤੇ ਹੁਣ ਇਹਨਾਂ ਨੇ ਪੰਜਾਬ ਨੂੰ ਜਾਣਾ ਤੇ ਥੋੜਾ ਜਿਹਾ ਸਮਾਂ ਬਚਿਆ ਤੇ ਤੁਸੀਂ ਇਹਨਾਂ ਨੂੰ ਜਿਹੜਾ ਗੇਟਵੇ ਆਫ ਇੰਡੀਆ ਵਗੈਰਾ ਘੁਮਾ ਦਿਓ। ਮੈਂ ਗੱਲ ਬਾਣੇ ਦੀ ਕਰ ਰਿਹਾ ਵੀ ਬਾਣੇ ਨੂੰ ਵੇਖ ਕੇ ਜਿਹੜਾ ਬਹੁਤ ਜ਼ਿਆਦਾ ਅਸੀਂ ਪ੍ਰਭਾਵਿਤ ਹੁੰਦੇ ਆ ਤੇ ਅਸੀਂ ਸੋਚਦੇ ਹਾਂ ਵੀ ਪਤਾ ਨਹੀਂ ਇਹਨੇ ਆਹ ਲੀੜੇ ਪਾਏ ਹੋਏ ਆ, ਨਿਹੰਗ ਸਿੰਘਾਂ ਵਾਲੇ ਪਾਏ ਹੋਏ ਆ ਜਾਂ ਹੋਰਾਂ ਵਾਲੇ ਪਾਏ ਹੋਏ ਆ, ਕੋਈ ਵੀ ਧਾਰਮਿਕ ਲਿਬਾਸ ਜਿਹਨੂੰ ਅਸੀਂ ਕਹਿ ਦਈਏ, ਤੇ ਉਹ ਬੰਦਾ ਇੱਕ ਉਹਨੂੰ ਘੁਮਾਉਣ ਤਾਂ ਚਲਾ ਜਾਂਦਾ, ਗ੍ਰੰਥੀ ਘੁਮਾਉਣ ਚਲਾ ਜਾਂਦਾ। ਆਪ ਜੀ ਨੂੰ ਪਤਾ ਜਦੋਂ ਦਾ ਕਸਾਬ ਹੁਣਾਂ ਨੇ ਹਮਲਾ ਕੀਤਾ ਮੁੰਬਈ ਦੇ ਉਸ ਖਿੱਤੇ ਦੇ ਉੱਪਰ, ਉਸ ਤੋਂ ਬਾਅਦ ਉੱਥੇ ਸਿਕਿਉਰਿਟੀ ਜ਼ਿਆਦਾ, ਚੈਕਿੰਗ ਜ਼ਿਆਦਾ ਹੁੰਦੀ ਹੈ ਤੇ ਕਹਿੰਦੇ ਜਦੋਂ ਗੇਟਵੇ ਆਫ ਇੰਡੀਆ ਤੇ ਐਂਟਰੀ ਮਾਰਨ ਲੱਗੇ ਤਾਂ ਪਹਿਲਾਂ ਹੀ ਜਿਹੜਾ ਉਹ ਨਿਹੰਗ ਤੇ ਉਹਦੇ ਨਾਲ ਦਾ ਸੱਜਣ ਸੀ ਉਹ ਕੰਬਣ ਲੱਗ ਗਿਆ। ਨਿਹੰਗ ਦਾ ਕਾਂਬਾ ਘੱਟ ਸੀਗਾ, ਨਾਲ ਦਾ ਬੰਦਾ ਜਿਹੜਾ ਜ਼ਿਆਦਾ ਕੰਬ ਰਿਹਾ ਸੀਗਾ ਤੇ ਉਹਨੇ ਇੱਕ ਬੈਗ ਚੁੱਕਿਆ ਹੋਇਆ ਸੀ ਹੱਥ ਦੇ ਵਿੱਚ। ਹਾਂਜੀ, ਤੇ ਜਿਸ ਵੇਲੇ ਉਹਨੇ ਬੈਗ ਚੁੱਕਿਆ ਹੋਇਆ ਸੀ ਤਾਂ ਉਹਨੇ ਅੱਗੇ ਕਰ ਦਿੱਤਾ, ਸਿਕਿਉਰਿਟੀ ਵਾਲੇ ਨੇ ਚੈਕਿੰਗ ਕਰਨੀ ਸੀ ਤਾਂ ਉਹਨੇ ਚੈਕਿੰਗ ਕਰਨ ਦੇ ਲਈ ਇਦਾਂ ਉਹਦੇ ਵਿੱਚ ਗਿੱਲਾ ਕਸ਼ਹਿਰਾ ਸੀ, ਉਹਨੇ ਹੱਥ ਹਲੇ ਗਿੱਲੇ ਕਸ਼ਹਿਰੇ ਨੂੰ ਇਦਾਂ ਪਾ ਕੇ ਨੱਕ ਨੂੰ ਚੜਾਉਂਦਿਆਂ ਹੋਇਆਂ ਉੱਥੇ ਹੀ ਬੰਦ ਕਰਕੇ ਉਹ ਜਿੱਪ ਬੰਦ ਕਰਕੇ ਉਹਨਾਂ ਨੂੰ ਵਾਪਸ ਦੇ ਦਿੱਤਾ। ਤੇ ਕਿਉਂਕਿ ਦੋਸਤ ਨੇ ਜਿਹੜਾ ਮੇਰਾ ਮਿੱਤਰ ਇਹ ਗੱਲ ਸੁਣਾਉਂਦਾ, ਉਹ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਇਹ ਬਾਬਾ ਜੀ हैं, पंजाब से आए हुए हैं, ठीक है, ਤੇ ਬਸ ਘੁੰਮਣੇ ਫਿਰਨੇ ਕੇ ਲਈ ਆਏ हैं। ਕਹਿੰਦਾ ਮੈਂ ਤਾਂ ਇੰਨੀ ਗੱਲ ਕੀਤੀ, ਕਹਿੰਦਾ ਜਦੋਂ ਉਹਨਾਂ ਨੇ ਉਸ ਸਿਕਿਉਰਿਟੀ ਦੇ ਖਿੱਤੇ ਨੂੰ ਪਾਰ ਕੀਤਾ ਤੇ ਮੈਂ ਉਹਨੂੰ ਆਖਿਆ ਓਏ ਮਰਵਾ ਦੇਣਾ ਸੀ ਤੂੰ, ਵੀ ਤੂੰ ਕੰਬਿਆ ਕਿਉਂ? ਕਹਿੰਦਾ ਭਾਜੀ ਕੰਬਣਾ ਹੀ ਸੀ, ਕਹਿੰਦਾ ਗਿੱਲੇ ਕਸ਼ਹਿਰੇ ਦੇ ਥੱਲੇ ਅੱਧਾ ਕਿਲੋ ਅਫੀਮ ਹੈ। ਤੁਸੀਂ ਇਹਨਾਂ ਗੱਲਾਂ ਨੂੰ ਮੈਂ ਸਾਰਿਆਂ ਸਰੋਤਿਆਂ ਦੀ ਇਹ ਨਜ਼ਰ ਗੋਚਰੇ ਗੱਲ ਕਰਨੀ ਚਾਹੁੰਦਾ, ਕਦੇ ਵੀ ਕਿਸੇ ਦੇ ਨਾਲ ਤੁਰਨ ਤੋਂ ਪਹਿਲਾਂ, ਅੱਜ ਕੱਲ ਤਾਂ ਵੈਸੇ ਹੀ ਜਿਹੜਾ ਨਸ਼ੇ ਦਾ ਵੇਲਾ ਚੱਲ ਰਿਹਾ ਬਹੁਤ ਸਾਰਾ, ਇੱਥੇ ਕਿਤੇ ਕੋਈ ਕਿਸੇ ਦੇ ਖਿੱਤੇ ਪਾ ਦਿੰਦਾ, ਕੋਈ ਕਿਸੇ ਦੇ ਬੈਗ ਵਿੱਚ ਪਾ ਦਿੰਦਾ, ਜਾਂ ਕਿਸੇ ਦੇ ਸਿਰ ਕੁਛ ਵੀ ਮੜਿਆ ਜਾਂਦਾ, ਕਿਸੇ ਦੇ ਘਰਾਂ ਵਿੱਚ ਰੱਖ ਕੇ ਕਿਸੇ ਨੂੰ ਪਕੜਾ ਦਿੱਤਾ ਜਾਂਦਾ, ਕੇਸ ਪੈ ਜਾਂਦੇ ਆ। ਇਸ ਕਰਕੇ ਕਿਸੇ ਦੇ ਲਿਬਾਸ ਨੂੰ ਵੇਖ ਕੇ ਉਹਨੂੰ ਧਰਮਾਤਮਾ ਨਾ ਬਣਾ ਦਿਆ ਕਰੀਏ। ਅਸੀਂ ਜ਼ਰੂਰ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਚਾ ਕੇ ਰੱਖੀਏ ਇਹਨਾਂ ਪੱਖਾਂ ਤੋਂ। ਬਿਲਕੁਲ, ਕੋਈ ਵੀ ਧਾਰਮਿਕ ਲਿਬਾਸ ਪਾਉਣ ਵਾਲਾ ਬੰਦਾ ਧਾਰਮਿਕ ਨਹੀਂ ਹੋ ਸਕਦਾ। ਸੱਚੀ ਮੁੱਚੀ ਚੰਗੇ ਜਿਹੜੇ ਮਨੁੱਖ ਨੇ ਉਹਨਾਂ ਦਾ ਸਤਿਕਾਰ, ਉਹਨਾਂ ਦੀ ਰਿਸਪੈਕਟ ਸਾਨੂੰ ਕਰਨੀ ਚਾਹੀਦੀ ਹੈ। ਵਿਸ਼ੇ ਵੱਲੀ ਵਧਣਾ ਜੀ। ਕਹਿੰਦੇ ਅਗਲੀ ਗੱਲ, ਇਹਨਾਂ ਨੇ ਚੌਥੇ ਪਾਤਸ਼ਾਹ ਦਾ ਸ਼ਬਦ ਜਿਹੜਾ ਦਰਜ ਕੀਤਾ ਹੋਇਆ ਅਗਲੀਆਂ ਸਾਖੀਆਂ ਦੇ ਵਿੱਚ, ਕਿ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਜਾਨੀ ਕਿ ਸਾਖੀਕਾਰ ਨੂੰ ਇਹ ਵੀ ਨਹੀਂ ਪਤਾ ਹੈ ਵੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ, ਗੁਰੂ ਰਾਮਦਾਸ ਸਾਹਿਬ ਦਾ। ਦੇਖੋ ਤੁਸੀਂ ਹੁਣ ਇੰਨੀ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਪਹਿਲੀ ਗੱਲ ਲਿਖੀਆਂ ਕਦੋਂ ਗਈਆਂ ਹੋਣਗੀਆਂ। ਇਟ ਮੀਨਸ ਚੌਥੇ ਪਾਤਸ਼ਾਹ ਤੋਂ ਕਿਤੇ ਬਾਅਦ ਦੀਆਂ ਗੱਲਾਂ ਨੇ। ਜੇ ਹੁਣ ਸਾਬਤ ਕੀ ਕੀਤਾ ਜਾਂਦਾ ਕਿ ਗੁਰੂ ਅੰਗਦ ਸਾਹਿਬ ਤੇ ਪੈੜਾ ਮੋਖਾ ਤੇ ਇਹਨਾਂ ਦੀ ਆਪਸੀ ਵਾਰਤਾਲਾਪ ਦੇ ਵਿੱਚੋਂ ਇਹ ਸਾਖੀਆਂ ਦਾ ਨਿਰਮਾਣ ਹੋਇਆ, ਬਾਲੇ ਨੇ ਲਿਖਾਈ। ਦੇਖ ਲਓ, ਜੇਕਰ ਤੁਹਾਨੂੰ ਇੰਨਾ ਕਲੀਅਰ ਹੁੰਦਾ ਹੈ ਵੀ ਚੌਥੇ ਪਾਤਸ਼ਾਹ ਦਾ ਸ਼ਬਦ ਇਹਦੇ ਵਿੱਚ ਦਰਜ ਕੀਤਾ ਹੋਇਆ ਹੈ ਤੇ ਇਹਦਾ ਮਤਲਬ ਆ ਸਾਰੇ ਜਿਹੜੇ ਸ਼ਬਦ ਨੇ ਪਹਿਲਾਂ ਹੀ ਉਹਨਾਂ ਦੇ ਕੋਲ ਪਏ ਨੇ। ਇਹਦਾ ਮਤਲਬ ਇਹ ਸਾਰਾ ਕੁਝ ਬਾਅਦ ਵਿੱਚ ਹੋ ਰਿਹਾ ਤੇ ਲੋਕਾਂ ਦੇ ਸਿਰ ਮੜਿਆ ਜਾ ਰਿਹਾ। ਹਾਂਜੀ, ਗੱਲ ਕੀਤੀ ਗਈ, ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਔਰ ਨਾਲ ਕਿਹਾ ਜਾਂਦਾ ਕਹਿੰਦੇ ਜਦੋਂ ਆਪਣੇ ਆਪ ਚੱਕੀਆਂ ਚੱਲ ਗਈਆਂ, ਜਦੋਂ ਬਾਬਰ ਦੇ ਸਿਪਾਹੀਆਂ ਨੇ ਗੁਰੂ ਪਾਤਸ਼ਾਹ ਨੂੰ ਪਕੜਿਆ ਤੇ
ਨਾਲੇ ਨਾਲ ਚੱਕੀਆਂ ਦਾ ਅੱਜ ਤੱਕ ਬਹੁਤ ਸਾਰੇ ਲੋਕ ਇਵੇਂ ਕਰਦੇ ਆ ਜੀ, ਗੁਰੂ ਨਾਨਕ ਦੀ ਫੋਟੋ ਜੀ ਬਣਾ ਦਿੰਦੇ ਆ ਨਾਲ, ਔਰ ਅੱਗੇ ਚੱਕੀ ਆਪੇ ਘੁੰਮਦੀ ਵਿਖਾ ਦਿੰਦੇ ਆ ਬਿਜਲੀ ਨਾਲ, ਉਹ ਜਿਹੜੇ ਸਿਸਟਮ ਵੀ ਬਣਦੇ ਆ। ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਇੱਥੇ ਵੀ ਇਸ ਤਰੀਕੇ ਦੇ ਨਾਲ ਜੋੜੀਆਂ ਜਾਂਦੀਆਂ। ਤੇ ਬਾਬਾ ਜੀ ਦਾ ਉੱਥੇ ਸ਼ਬਦ ਵੀ ਜਿਹੜਾ ਉਚਾਰਿਆ ਜਾਂਦਾ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਿੰਦੂਰ। ਤੇ ਇਹਦਾ ਸਾਰੇ ਕੀ ਕੁਛ ਨਾ ਕੁਛ ਬੇਤਰਤੀਬੇ ਜੋ ਢੰਗ ਨਾਲ ਪਰੋਸਿਆ ਗਿਆ, ਇਹਦਾ ਕੀ ਵਰਤਾਰਾ ਹੈ ਜੀ ਬਾਪੂ ਜੀ? ਇਹ ਅਖੀਰਲੇ ਸ਼ਬਦ ਨੇ ਸਾਡੇ, ਇਹਦੇ ਨਾਲ ਵੀ ਜਰਾ ਵਾਰਤਾਲਾਪ ਸਾਂਝਾ ਕਰੋ। ਅਸਲ ਦੇ ਵਿੱਚ ਇੱਕ ਬਾਰ-ਬਾਰ ਚੇਤਾ ਆਉਂਦਾ ਹੈ ਕਿ ਧੰਨ ਨੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਅੱਜ ਤੋਂ 500 ਸਾਲ 550 ਸਾਲ ਪਹਿਲਾਂ ਇੰਨਾ ਤਿੱਖਾ, ਇੰਨਾ ਰੁੱਖਾ, ਇੰਨਾ ਇਨਕਲਾਬੀ, ਇੰਨਾ ਕੜਕਵਾਂ ਖੜਕਵਾਂ ਆਪਣੇ ਵਿਚਾਰ ਲੋਕਾਂ ਦੇ ਸਾਹਮਣੇ ਲਿਖ ਕੇ ਰੱਖ ਦਿੱਤੇ। ਤੇ ਉਹਨਾਂ ਨੇ ਕਦੀ ਇਕੱਠਾਂ ਦੇ ਵਿੱਚ ਵੀ ਬੋਲੇ ਹੋਣਗੇ ਜ਼ਰੂਰ, ਤੇ ਜਾਂ ਫਿਰ ਮੁਸਲਮਾਨਾਂ ਦੇ ਕਿਤੇ ਜਿਹੜੇ ਧਰਮ ਸਥਾਨਾਂ 'ਚ ਵੀ ਗਏ ਹੈ, ਰਾਜੇ ਮਹਾਰਾਜਿਆਂ ਜਾਂ ਚੌਧਰੀਆਂ ਨੂੰ ਵੀ ਬਹੁਤਾਂ ਨੂੰ ਮਿਲੇ ਹੈ, ਹਿੰਦੂਆਂ ਦੇ ਮੰਦਰਾਂ 'ਚ ਵੀ ਗਏ ਹੈ। ਉਹਨਾਂ ਦੇ ਸਾਹਮਣੇ ਇਹੋ ਜਿਹੀਆਂ ਕੁਰੱਖਤ ਕੌੜੀਆਂ ਸੱਚਾਈਆਂ ਰੱਖ ਦੇਣੀਆਂ ਹੈਰਾਨੀ ਦੀ ਗੱਲ ਹੈ ਕਿ ਇੰਨਾ ਲੰਮਾ ਸਮਾਂ ਪਹਿਲਾਂ ਉਹਨਾਂ ਦੇ ਅੰਦਰ ਇੰਨੀ ਜੁਰਤ, ਇੰਨੀ ਹਿੰਮਤ ਸੀ, ਪਰ ਅਸੀਂ ਉਹਦੀ ਪਛਾਣ ਨਹੀਂ ਕਰ ਸਕੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਅਸੀਂ ਗੁਰਬਾਣੀ ਨੂੰ ਕੀ ਦਾ ਕੀ ਬਣਾ ਕੇ ਰੱਖ ਦਿੱਤਾ ਹੈ। ਇਹ ਇੱਕ ਵੱਡਾ ਇਨਕਲਾਬ ਸੀ ਜਿਹੜਾ ਕਿ ਤਖਤੇ ਪਲਟਣ ਦੀ ਯੋਗਤਾ ਰੱਖਦਾ ਸੀ ਤੇ ਮਨੁੱਖ ਦੀ ਸੋਚ ਬਦਲ ਕੇ ਉਹਨੂੰ ਐਨ ਪਰਉਪਕਾਰੀ ਅਤੇ ਬਹਾਦਰ ਅਕਲਮੰਦ ਇਨਸਾਨ ਬਣਾਉਣ ਦੀ ਯੋਗਤਾ ਰੱਖਦਾ ਸੀ। ਪਰ ਅਸੀਂ ਬਾਬੇ ਨਾਨਕ ਦੀ ਪੂਜਾ ਕੀਤੀ, ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ, ਇਹਦੇ ਤੋਂ ਕੁਝ ਖਾਣਾ ਪੀਣਾ ਰੋਟੀ ਟੁੱਕ ਸਾਡੇ ਜਿਹੜੇ ਲੋੜਾਂ ਨੇ ਉਹ ਪੂਰੀਆਂ ਕੀਤੀਆਂ ਤੇ ਬਸ ਇੱਥੋਂ ਤੱਕ ਸੀਮਿਤ ਕਰ ਦਿੱਤਾ। ਹੁਣ ਇੱਥੇ ਗੁਰੂ ਨਾਨਕ ਸਾਹਿਬ ਦੇ ਸਿਰ ਦੇ ਉੱਤੇ ਪੰਡ ਉਹਨਾਂ ਨੇ ਰਖਵਾ ਦਿੱਤੀ ਵਗਾਰੀ ਦੇ ਤੌਰ ਤੇ ਪਕੜ ਕੇ, ਪਰ ਹੁਣ ਗੁਰੂ ਨਾਨਕ ਸਾਹਿਬ ਦੀ ਸਿਰ ਦੇ ਉੱਤੇ ਪੰਡ ਨਹੀਂ ਟਿਕੀ, ਉਹ ਤਾਂ ਇੱਕ ਗਜ ਉੱਪਰ ਨੂੰ ਉੱਠਦੀ ਗਈ ਹੈ। ਮਰਦਾਨੇ ਨੂੰ ਘੋੜਾ ਫੜਾ ਦਿੱਤਾ, ਘੋੜਾ ਉਹਨੇ ਫੜਿਆ ਨਹੀਂ ਤੇ ਘੋੜਾ ਆਪ ਹੀ ਪਿੱਛੇ ਪਿੱਛੇ ਚਲਿਆ ਜਾ ਰਿਹਾ ਤੇ ਮਰਦਾਨਾ ਰਵਾਬ ਵਜਾਈ ਜਾਂਦਾ ਹੈ। ਹੁਣ ਇਹ ਤਮਾਸ਼ਾ ਕਰ ਰਿਹਾ ਇੱਕ ਤਰ੍ਹਾਂ ਦਾ ਜਿਹੜਾ ਸਾਖੀਕਾਰ ਹੈ। ਹੁਣ ਜੇ ਗੁਰੂ ਨਾਨਕ ਸਾਹਿਬ ਕੋਲੇ ਪੰਡਾਂ ਨੂੰ ਉੱਪਰ ਚੁੱਕਣ ਦੀ ਕਰਾਮਾਤੀ ਸ਼ਕਤੀ ਹੈ ਤਾਂ ਉਹ ਦੁਸ਼ਮਣਾਂ ਦੇ ਵਿਰੁੱਧ ਹੀ ਕਰਾਮਾਤੀ ਸ਼ਕਤੀ ਨੂੰ ਵਰਤ ਲੈਂਦੇ, ਪਰ ਉੱਥੇ ਕਿਤੇ ਵੀ ਨਹੀਂ ਵਰਤੀ ਹੋਈ ਵਿਖਾਉਂਦਾ ਉਹਨਾਂ ਨੂੰ। ਬਿਲਕੁਲ ਜਿਹੜਾ ਘੋੜਾ ਤਾਂ ਜਾਣਦਾ ਹੈ ਕਿ ਮਹਾਂਪੁਰਖ ਹੈ ਮਰਦਾਨਾ, ਤੇ ਉੱਥੋਂ ਦੇ ਜਿਹੜੇ ਮੁਸਲਮਾਨ ਨੇ ਉਹ ਘੋੜੇ ਨੂੰ ਵੇਖ ਕੇ ਪਛਾਣਦੇ ਨੇ ਵੀ ਇਹ ਤਾਂ ਕਮਾਲ ਹੋਊਗੀ ਵੀ ਘੋੜਾ ਇਹਦੇ ਪਿੱਛੇ ਪਿੱਛੇ ਆਪੀ ਚਲਾ ਜਾਂਦਾ, ਇਹਦਾ ਮਤਲਬ ਕੋਈ ਖਾਸ ਬੰਦਾ ਇਹ। ਪਰ ਉੱਥੇ ਜਿਹੜਾ ਗੱਲ ਅੱਗੇ ਦਿੱਤੀ ਹੈ ਉਹ ਹੈ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਵੀ ਉਹ ਔਰਤਾਂ ਜਿਹੜੀਆਂ ਕਿ ਇੰਨੀਆਂ ਸੁੰਦਰ ਸੀ, ਜਿਹੜੀਆਂ ਸੋਹਣੇ ਕੱਪੜੇ ਪਹਿਨਦੀਆਂ ਸੀ, ਜਿਨ੍ਹਾਂ ਨੇ ਆਪਣੇ ਸੁਹਾਗ ਦੀ ਨਿਸ਼ਾਨੀ ਸਿਰ 'ਚ ਸੰਧੂਰ ਪਾਇਆ ਸੀ, ਤੇ ਉਹਨਾਂ ਦੇ ਜਿਹੜੀਆਂ ਅਪਮਾਨ ਕੀਤਾ, ਬੇਪਤੀ ਕੀਤੀ, ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਗਈ, ਸਭ ਕੁਝ ਉਹਨਾਂ ਦਾ ਖੋਹ ਲਿਆ ਗਿਆ, ਗਹਿਣੇ ਲੁੱਟ ਲਏ ਗਏ, ਇੱਜ਼ਤਾਂ ਲੁੱਟ ਲੀਆਂ ਗਈਆਂ। ਗੱਲ ਤਾਂ ਇਹ ਦੱਸਣੀ ਸੀ ਤੇ ਇਸ ਦੀ ਥਾਂ ਤੇ ਉਹ ਕਰਾਮਾਤੀ ਸ਼ਕਤੀਆਂ ਜੋੜ ਕੇ ਬਹਿ ਗਏ। ਸਾਰੇ ਸ਼ਬਦ ਦੇ ਵਿੱਚ ਜੋ ਦੁਰਗਤ ਇੱਥੇ ਬਾਬਰ ਦੀਆਂ ਫੌਜਾਂ ਨੇ ਆ ਕੇ ਕੀਤੀ ਹੈ, ਉਹ ਦੁਰਗਤ ਇਹ ਸ਼ਬਦ ਦੇ ਵਿੱਚ ਪੜ੍ਹੀ ਜਾ ਸਕਦੀ ਹੈ, ਸਮਝੀ ਜਾ ਸਕਦੀ ਹੈ। ਜੇ ਕਿਤੇ ਇਤਿਹਾਸ ਲਿਖਣ ਵਾਲੇ ਸਾਡੇ ਭਰਾ ਇਹਨਾਂ 4 ਸ਼ਬਦਾਂ ਨੂੰ ਪੜ੍ਹ ਕੇ ਜਿਹੜਾ ਮੌਕੇ ਦਾ ਗਵਾਹ ਗੁਰੂ ਨਾਨਕ ਸੀ ਉਦੋਂ, ਉਹਨੂੰ ਜਿਹੜਾ ਗਵਾਹ ਬਣਾ ਕੇ ਇਤਿਹਾਸ ਲਿਖਦੇ ਇਹਨਾਂ ਸ਼ਬਦਾਂ ਨੂੰ ਸਾਹਮਣੇ ਰੱਖ ਕੇ, ਤਾਂ ਹਿੰਦੁਸਤਾਨ ਦੀ ਜਿਹੜੀ ਹੈ ਅਸਲ ਜਿਹੜੀ ਉਦੋਂ ਹਮਲੇ ਦੇ ਸਮੇਂ ਦੁਰਗਤ ਹੋਈ ਸੀ ਉਹ ਸਾਹਮਣੇ ਆਉਂਦੀ। ਪਰ ਇਹਨਾਂ ਸ਼ਬਦਾਂ ਨੂੰ ਆਮ ਇਤਿਹਾਸਕਾਰਾਂ ਨੇ ਨਹੀਂ ਵਿਚਾਰਿਆ, ਆਪਣੇ ਪੱਲਿਓਂ ਕੁਝ ਸਾਖੀਆਂ ਘੜ ਲਈਆਂ ਜਾਂ ਇਹਨਾਂ ਸਾਖੀਆਂ ਦਾ ਸਹਾਰਾ ਲੈ ਕੇ ਬਹੁਤ ਕੁਝ ਲਿਖ ਦਿੱਤਾ। ਇਹ ਜਿਹੜਾ ਸ਼ਬਦ ਹੈ ਅੱਗੋਂ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ, ਜੁਗ ਜੁਗ ਕੀਤਾ ਵੇਸ। ਹਾਂਜੀ, ਤੇ ਇਹ ਜਿਹੜਾ ਸਾਰਾ ਕੁਝ ਸ਼ਬਦ ਦੇ ਵਿੱਚ ਮੌਜੂਦ ਹੈ, ਪਰ ਸਾਖੀਕਾਰ ਨੂੰ ਇਹ ਸਾਰਾ ਕੁਝ ਸਮਝ ਨਹੀਂ ਆ ਰਿਹਾ। ਉਹ ਕਰਾਮਾਤਾਂ ਜਿਹੀਆਂ ਵਿਖਾ ਕੇ ਸਾਨੂੰ ਬੱਚੇ ਸਮਝ ਕੇ ਖਿਡੌਣਿਆਂ ਵਾਂਗੂ ਸਾਨੂੰ ਖਿਡੌਣੇ ਦੇਈ ਜਾ ਰਹੇ ਹੈ, ਜਿਹਨੇ ਇਹਨਾਂ ਸਾਖੀਆਂ ਨੇ ਸਾਡਾ ਨੁਕਸਾਨ ਬਹੁਤ ਕੀਤਾ। ਬਿਲਕੁਲ ਜੀ, ਕਹਿੰਦੇ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਤੇ ਹਿਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ। ਬਹੁਤ ਸਾਰਾ ਕੁਛ ਇਹਦੇ ਵਿੱਚ, ਉੱਪਰੋਂ ਪਾਣੀ ਵਾਰੀਏ ਝੱਲੇ ਚਿਮਕਨ ਪਾਸ, 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ। ਇਹ ਜਿਹੜੀਆਂ ਸਾਰੀਆਂ ਗੱਲਾਂ ਸਨ ਇਹ ਕਿਸ ਰੂਪ ਦੇ ਵਿੱਚ ਕੀਤੀਆਂ ਗਈਆਂ? ਸਾਖੀਕਾਰ ਇਹਨੂੰ ਕਿਹੜੇ ਅੰਦਾਜ਼ ਦੇ ਵਿੱਚ ਲਿਖ ਕੇ ਸਾਡੇ ਸਿਰ ਬੰਨ੍ਹ ਰਿਹਾ ਹੈ, ਔਰ ਗੁਰੂ ਪਾਤਸ਼ਾਹ ਨੂੰ ਇੱਕ ਬਸ ਇੰਨਾ ਦਿਖਾਉਣ ਦੇ ਲਈ ਕਿ ਉਹ ਪੰਡਾਂ ਉੱਚੀਆਂ ਉੱਠ ਜਾਣੀਆਂ ਤੇ ਬਾਬੇ ਨੂੰ ਘੋੜੇ ਰਾਹੀਂ ਪਹਿਚਾਨ। ਸਭ ਤੋਂ ਵੱਡੀ ਗੱਲ ਕਿ ਘੋੜੇ ਦਾ ਜਿਹੜਾ ਹੈਗਾ ਉਹਨੇ ਤਾਂ ਪਹਿਚਾਨ ਲਿਆ ਵੀ ਇਹ ਮਹਾਂਪੁਰਖ ਨੇ। ਇਸ ਗੱਲ ਨੂੰ ਜ਼ਰੂਰ ਜਰਾ ਮਤਲਬ ਆਪਣੇ ਗੋਚਰੇ ਰੱਖਿਓ ਕਿ
ਜਾਨਵਰ ਪਹਿਚਾਣ ਕਰਦੇ ਆ ਕਿਤੇ ਵੀ ਆ ਜਿਹੜਾ ਬੰਦਾ ਹੈਗਾ ਧਾਰਮਿਕ ਹੈਗਾ ਆ, ਇਹ ਮਹਾਂਪੁਰਖ ਹੈਗਾ, ਇਹ ਤਾਂ ਰੱਬ ਦਾ ਕੋਈ ਕਰਾਮਾਤੀ ਸ਼ਕਤੀ ਵਾਲਾ ਹੈਗਾ। ਅੱਜ ਤੱਕ ਅਸੀਂ ਇਹਨਾਂ ਗੱਲਾਂ ਨੂੰ ਮੰਨਦੇ ਆ ਰਹੇ ਹਾਂ। ਪਿਆਰਿਓ, ਗੁਰੂ ਨਾਨਕ ਇੱਕ ਆਮ ਇਨਸਾਨ ਦੀ ਤਰ੍ਹਾਂ ਪੈਦਾ ਹੋਏ ਹੈ। ਉਹਨਾਂ ਨੇ ਸਾਨੂੰ ਇੱਕ ਰੈਵੋਲੂਸ਼ਨ ਦਿੱਤਾ, ਇੱਕ ਸਮਾਜ ਦੇ ਵਿੱਚ ਬਦਲਾਅ ਦਾ ਹੰਭਲਾ ਉਹਨਾਂ ਨੇ ਮਾਰਿਆ। ਜੇ ਅਸੀਂ ਉਹਨਾਂ ਦੀ ਰਿਸਪੈਕਟ, ਉਹਨਾਂ ਦਾ ਆਦਰ ਸਤਿਕਾਰ ਥੋੜਾ ਬਹੁਤ ਵੀ ਕਰਦੇ ਹਾਂ, ਉਹਨਾਂ ਨੂੰ ਚੰਗੇ ਕਹਿਣਾ, ਤਾਂ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ, 50 ਦੇ ਨੋਟ ਨੂੰ 50 ਦਾ ਕਹੀਏ ਤਾਂ ਜ਼ਿਆਦਾ ਸਮਝ ਆਉਂਦੀ ਹੈ। ਉਹਨੂੰ 100 ਬਣਾਉਣ ਦੀ ਜਦੋਂ ਕੋਸ਼ਿਸ਼ ਕਰਾਂਗੇ ਤਾਂ ਬੇਵਕੂਫ ਜਿਹੜੇ ਅਸੀਂ ਖੁਦ ਕਿਤੇ ਨਾ ਕਿਤੇ ਉਹਨਾਂ ਦੀ ਬੇਹੁਰਮਤੀ ਕਰਾਂਗੇ, ਉਹਨਾਂ ਦੀ ਬੇਇੱਜ਼ਤੀ ਦਾ ਕਾਰਨ ਬਣਾਂਗੇ। ਆਓ ਇਸ ਕੂੜ ਨੂੰ ਆਪਣੇ ਸਿਰੋਂ, ਆਪਣੇ ਗਲੋਂ, ਇਹਨਾਂ ਪੰਜਾਲੀਆਂ ਜੋ ਪਈਆਂ ਹੋਈਆਂ ਧਾਰਮਿਕ ਪੁਜਾਰੀ ਦੇ ਤਰੀਕੇ ਦੇ ਨਾਲ ਇਹਨਾਂ ਨੂੰ ਉਤਾਰੀਏ ਔਰ ਅੱਛੇ ਸੰਕਲਪ ਨੂੰ, ਕੰਸੈਪਟ ਨੂੰ ਸਮਝਦਿਆਂ ਹੋਇਆਂ ਆਪਾਂ ਸਮਾਜ ਦੇ ਭਲੇ ਵੱਲ ਨੂੰ ਚੱਲਦੇ ਹੋਏ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਜੀ। ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਮੇਂ ਦੀ ਸਮਾਪਤੀ ਹੈ। ਸਰੋਤਿਓ, ਇਸੇ ਤਰੀਕੇ ਨਾਲ ਤੁਸੀਂ ਤਤ ਗੁਰਮਤਿ ਗਿਆਨ ਟੀਵੀ ਦੇ ਨਾਲ ਜੁੜੇ ਰਹਿਣਾ ਔਰ ਜਿੱਥੋਂ ਵੀ ਤੁਹਾਨੂੰ ਚੰਗੀ ਜਾਣਕਾਰੀ ਮਿਲਦੀ ਹੈ, ਸਾਡੀ ਕੋਸ਼ਿਸ਼ ਹੈ ਤੁਹਾਡੇ ਤੱਕ ਚੰਗੇ ਤੋਂ ਚੰਗਾ ਕੁਛ ਨਾ ਕੁਛ ਪਹੁੰਚਾਉਣਾ। ਔਰ ਤੁਸੀਂ ਜਿਵੇਂ ਵੀ MP ਚੈਨਲ ਹੈ ਜਾਂ ਰੇਡੀਓ ਵਿਰਸਾ NZ ਹੈ, ਤੁਸੀਂ ਸਾਰਿਆਂ ਨਾਲ ਜੁੜੇ ਰਹਿ ਕੇ ਕੁਛ ਨਾ ਕੁਛ ਨਵਾਂ ਖੱਟ ਸਕਦੇ ਹੋ, ਕੁਛ ਪ੍ਰਾਪਤ ਕਰ ਸਕਦੇ ਹੋ। ਸਾਡਾ ਮਤਲਬ, ਮੇਨ ਮੋਟਿਵ ਜਿਹੜਾ ਮਨੁੱਖ ਹੌਸਲੇ ਵਾਲਾ ਬਣੇ, ਹਿੰਮਤ ਵਾਲਾ ਬਣੇ ਔਰ ਆਪਣੇ ਜੀਵਨ ਦੇ ਵਿੱਚ ਆਉਂਦੀਆਂ ਹੋਈਆਂ ਕਠਿਨਾਈਆਂ ਨੂੰ ਇਹ ਨਾ ਕਵੇ ਵੀ ਹਾਏ ਮੇਰੀ ਕਿਸਮਤ ਤੇ, ਹਾਏ ਮੈਂ ਲੁੱਟਿਆ ਗਿਆ, ਪੱਟਿਆ ਗਿਆ, ਤੇ ਉਹ ਇਹ ਕਵੇ ਕਿ ਬਾਬਾ ਨਾਨਕ ਆਉਣਗੇ, ਕਿਰਪਾ ਕਰਨਗੇ। ਅੱਜ ਵੀ ਜਦੋਂ ਅਸੀਂ ਵੇਖਦੇ ਹਾਂ ਕਿ ਕੋਈ ਕਹਾਣੀਆਂ, ਕੋਈ ਗਾਥਾਵਾਂ ਸੁਣਾਈਆਂ ਜਾਂਦੀਆਂ ਜਾਂ ਕੋਈ ਕਵੀਸ਼ਰੀ ਵਾਲੇ ਜਾਂ ਕੋਈ ਢਾਡੀ ਵੀ ਪ੍ਰਸੰਗ ਗਾਉਂਦੇ ਆ ਤਾਂ ਕਹਿੰਦੇ ਆ ਜਾ ਬਾਬਾ ਨਾਨਕਾ। ਤੇ ਈਵਨ ਕਿ ਜਦੋਂ ਆ ਜਾ ਬਾਬਾ ਨਾਨਕਾ ਦੀ ਗੱਲ ਕਰਦੇ ਆ ਤਾਂ ਸਾਨੂੰ ਆਏ ਹੋਏ ਪਹਿਲਾਂ ਬਾਬੇ ਨਾਨਕ ਦੀ ਕਦਰ ਨਹੀਂ ਹੈ। ਅਸੀਂ ਦੁਬਾਰਾ ਆਵਾਜ਼ਾਂ ਮਾਰ ਮਾਰ ਕੇ ਪਤਾ ਨਹੀਂ ਕਿਹੜੀ ਕਦਰ ਪਾਉਣੀ ਚਾਹੁੰਦੇ ਆ ਜਾਂ ਕੀ ਸਾਬਿਤ ਕਰਨਾ ਚਾਹੁੰਦੇ ਆ। ਅਸਲ ਦੇ ਵਿੱਚ ਨਾ ਸਾਨੂੰ ਇਸ ਰਾਹ ਤੇ ਤੋਰ ਦਿੱਤਾ ਗਿਆ ਵੀ ਤੁਸੀਂ ਆਪ ਨਹੀਂ ਕੁਝ ਕਰਨਾ, ਜਾਂ ਤਾਂ ਬਾਬਾ ਨਾਨਕ ਆ ਕੇ ਤੁਹਾਡੀਆਂ ਤਕਲੀਫਾਂ ਦੂਰ ਕਰੂਗਾ ਤੇ ਜਾਂ ਫਿਰ ਰੱਬ ਆ ਕੇ ਕਰੂਗਾ, ਤੇ ਅਸੀਂ ਤਾਂ ਜਿਹੇ ਜਿਹੇ ਮਿੱਟੀ ਦੇ ਮਾਧੋ ਹੈਗੇ ਆ, ਇਹੋ ਜਿਹੇ ਬਣੇ ਬੈਠੇ ਰਹਿਣਾ। ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਬਾਪੂ ਜੀ, ਮਾਫ ਕਰਨਾ, ਇਹ ਫੇਰ ਇੱਕ ਤਰ੍ਹਾਂ ਨਾਲ ਸ਼ੁਰੂ ਹੋਣ ਵਾਲੀ ਗੱਲ ਆ। ਕਹਿੰਦੇ ਕਿ ਧੰਨ ਗੁਰੂ ਨਾਨਕ ਤੇਰੀ ਜੈ ਹੋਵੇ। ਜਦੋਂ ਅਸੀਂ ਹੋਵੇ ਕਹਿੰਦੇ ਆ ਨਾ, ਤੇ ਮੈਨੂੰ ਲੱਗਦਾ ਜਿਵੇਂ ਆਸ਼ੀਰਵਾਦ ਦਿੰਦੇ ਹੋਈਏ ਵੀ ਅਸੀਂ ਕਰਾਉਣੀ ਹੈ ਜੈ। ਬਿਲਕੁਲ। ਇੱਕ ਤਾਂ ਹੁੰਦੀ ਥਰਡ ਪਾਰਟੀ ਨੂੰ, ਜਿਵੇਂ ਆਪਾਂ ਕਹਿੰਦੇ ਨਾ ਵੀ ਜਿਵੇਂ ਆਪਣੇ ਬਜ਼ੁਰਗ ਆਮ ਕਹਿੰਦੇ ਹੁੰਦੇ ਆ ਵੀ ਜਿਉਂਦਾ ਰਹਿ ਪੁੱਤ, ਠੀਕ ਹੈ। ਤੇ ਇੱਕ ਧੰਨ ਗੁਰੂ ਨਾਨਕ ਤੇਰੀ ਜੈ ਹੋਵੇ, ਵੀ ਹੋਵੇ ਦਾ ਕੀ ਮਤਲਬ ਆ? ਉਹ ਜਿਹੜਾ ਕੁਛ ਉਹਨਾਂ ਨੇ ਕਰਨਾ ਸੀ ਉਹਨਾਂ ਦੀ ਤਾਂ ਜੈ ਹੀ ਜੈ ਆ ਭਰਾਵੋ। ਜਦੋਂ ਬਾਬਾ ਜੀ ਬਹੁਤ ਕੁਛ ਲਿਖ ਗਏ ਸੀਗੇ, ਜਦੋਂ ਆਪਾਂ ਵਾਰਾਂ ਤੇ ਵਧੀਕ ਪੜ੍ਹਦੇ ਹਾਂ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਉਹਨਾਂ ਸਲੋਕਾਂ ਦੇ ਵਿੱਚ ਵੀ ਦਰਜ ਕੀਤੀਆਂ। ਫੱਕੜ ਜਾਤੀ ਫੱਕੜ ਨਾਉਂ ਦਾ ਬਾਬਾ ਰੌਲਾ ਪਾ ਕੇ ਗਿਆ, ਤੁਹਾਨੂੰ ਭਰਾਵੋ ਹਜੇ ਤੱਕ ਸਮਝ ਨਹੀਂ ਸਕੇ। ਅਸੀਂ ਉਹਨਾਂ ਕੋੜਾਂ ਦੇ ਵਿੱਚ ਫਸੇ ਹੋਏ ਆ, ਅਸੀਂ ਕੋੜੀ ਹੋਏ ਪਏ ਆ। ਜਿੰਨਾ ਚਿਰ ਅਸੀਂ ਇਹਨਾਂ ਚੋਂ ਨਹੀਂ ਨਿਕਲ ਸਕਦੇ, ਅਸੀਂ ਬਾਬੇ ਨਾਨਕ ਦੇ ਅਸਲੀ ਵਾਰਿਸ, ਅਸੀਂ ਇਸ ਵਿਰਾਸਤ ਦੇ ਹਿੱਸੇਦਾਰ ਨਹੀਂ ਬਣ ਸਕਾਂਗੇ। ਆਓ ਇਸ ਨੂੰ ਹੰਭਲਾ ਮਾਰੀਏ ਜੀ। ਸੋ ਫਤਿਹ ਨਾਲ ਸਾਂਝ ਕਰੀਏ, ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।